अस्सलाम वालेकुम जी, मैं ਤੁਹਾਡਾ ਆਪਣਾ ਬੱਗਾ ਜੀ ਤੇ ਤੁਸੀਂ ਦੇਖਦੇ ਪਏ ਹੋ ਬੱਗਾ ਕਾਮੇਡੀਅਨ ਤੇ ਤੁਹਾਡੇ ਵਾਸਤੇ ਇੱਕ ਖੂਬਸੂਰਤ ਚੈਨਲ ਤੇ ਖੂਬਸੂਰਤ ਵੀਡੀਓ ਲੈ ਕੇ ਆਂਦੇ ਰਹਿੰਦੇ ਅਸੀਂ ਤੇ ਨਵਾਂ ਟੈਲੈਂਟ ਅੱਜ ਸਾਡੇ ਨਾਲ ਸੁਪਰਸਟਾਰ ਸੀਡੀ ਸਟਾਰ ਟੀਵੀ ਸਟੇਜ ਜਿੰਨੇ ਵੀ ਤੁਸੀਂ ਸੋਸ਼ਲ ਮੀਡੀਆ ਤੇ ਪਲੇਟਫਾਰਮ ਦੇਖਦੇ ਨੇ ਇਹਨਾਂ ਦੀ ਸ਼ਾਨੋ ਸ਼ੌਕਤ ਸਾਡੇ ਨਾਲ ਨੇ ਜ਼ਾਹਦ ਹਾਸ਼ਮੀ ਸਾਹਿਬ ਤੇ ਅੱਜ ਕੱਲ ਰਚਨਾਵੀ ਟੀਵੀ ਤੇ ਰਮਜ਼ੀ ਸਿਆਣਾ ਉਹਨਾਂ ਨਾਲ ਬੜੇ ਅੱਛੇ ਵੀਡੀਓ ਬਣਾ ਰਹੇ ਨੇ ਕਲਿੱਪ ਬਣਾ ਰਹੇ ਨੇ ਜਿਹੜੇ मैडम बिल्लो भी ਉਹਦੇ ਵਿੱਚ ਸਾਰੇ ਨੇ मतलब ਜਿਹੜੇ ਤੁਹਾਡੇ ਪਸੰਦੀਦਾ ਨੇ ਜਿਹੜੇ ਕਹਿੰਦੇ ਨੇ ਹੈ ਜੀ ਪੰਜਾਬੀ ਕਲਚਰ ਨੂੰ ਲੈ ਕੇ ਅੱਗੇ ਤੁਰੇ ਨੇ ਤੇ ਦੋਸਤੋ ਤੁਹਾਡਾ ਟਾਈਮ ਬਚਾਉਂਦੇ ਆ ਸਿੱਧਾ ਆਪਾਂ ਜੈਬ ਕੂਵੇ ਤੇ ਜਾਂਦੇ ਆ ਤੇ ਹਾਸ਼ਮੀ ਸਾਹਿਬ ਨਾਲ ਗੱਲ ਕਰਦੇ ਆ अस्सलाम वालेकुम जी उस्ताद जी की हाल चाल है जी वालेकुम अस्सलाम बग्गा जी की हाल है ठीक ठाक हो तबीयत से ठीक है अल्लाह पाक दा बड़ा करम है दुआवां ਤੁਹਾਡੀਆਂ ਤੇ ਦੋਸਤੋ ਬੜੇ ਮੁਸ਼ਕਲ ਲੱਭੇ ਨੇ ਉਸਤਾਦ ਜੀ ਹਣੀ ਪਤਾ ਨਹੀਂ ਕਿਤੇ ਗਵਾਚ ਗਏ ਸੀਗੇ ਤੇ ਉਸਤਾਦ ਜੀ ਸੁਣਾਓ ਤੁਸੀਂ ਤੁਹਾਡੀ ਜ਼ਿੰਦਗੀ ਕੈਸੀ ਗੁਜ਼ਰੀ ਮਾਸ਼ਾਅੱਲਾ अल्हम्दुलिल्लाह मालिक का बड़ा ही एहसान है शुक्र है ਉਹਦੀ ਜ਼ਾਤ ਦਾ हर साह ਦੇ ਨਾਲ क्योंकि शुक्र ही अदा करना चाहिए है अल्लाह शुक्र करने वाले ਨੂੰ पसंद करता है सब्र करने वाले ਨੂੰ पसंद बेशक माशाअल्लाह ਤੇ ਹਾਸ਼ਮੀ ਸਾਹਿਬ ਸਭ ਤੋਂ ਪਹਿਲਾਂ ਇਹ ਦੱਸੋ ਤੁਸੀਂ ਫੀਲਡ ਵਿੱਚ ਆ ਕੇ ਕਿਹਦਾ ਮਹਿਸੂਸ ਕਰ ਰਹੇ ਹੋ देखो जी फील्ड कोई भी है ਉਹਦੇ ਵਿੱਚ ਆ ਕੇ ਬੰਦੇ ਨੂੰ ਜਿੱਦੋ ਜੋਹਦ ਕਰਨੀ ਪੈਂਦੀ ਆ ਮਿਹਨਤ ਕਰਨੀ ਪੈਂਦੀ ਹੈ ਕੋਈ ਵੀ ਕੰਮ ਆ ਸਭ ਤੋਂ ਪਹਿਲੇ ਉਹਦੀ ਨੀਅਤ ਕਰਨੀ ਪੈਂਦੀ ਹੈ ਤੇ ਬੰਦੇ ਨੂੰ ਮਿਹਨਤ ਕਰਨੀ ਪੈਂਦੀ ਉਸ ਤੋਂ ਬਾਅਦ ਫਿਰ ਅੱਲਾ ਦੀ ਜ਼ਾਤ ਕਰਮ ਕਰਦੀ ਹੈ ਤੇ ਅੱਲਾ ਜਿਹੜਾ ਕਿ ਵਾਹਦਾ ਲਾ ਸ਼ਰੀਕ ਹੈ ਉਹ ਕਿਸੇ ਦਾ ਨਹੀਂ ਹੱਕ ਰੱਖਣ ਵਾਲਾ ਅੱਲਾ ਜਿਹੜਾ ਮਿਹਨਤ ਕਰਦਾ ਨੂੰ ਉਹਦਾ ਸਿਲਾ ਜ਼ਰੂਰ ਦਿੰਦਾ ਸਹੀ ਗੱਲ ਹੈ ਬਿਲਕੁਲ ਤੇ ਦੋਸਤੋ ਅਸੀਂ ਸ਼ੁਰੂਆਤ ਤੇ ਜਾਂਦੇ ਆ ਹਾਸ਼ਮੀ ਸਾਹਿਬ ਮੋੜ ਤੋਂ ਸ਼ੁਰੂ ਹੁੰਨੇ ਆ ਜੀ ਇਹ ਦੱਸੋ ਤੁਸੀਂ ਕੰਮ ਸ਼ੁਰੂ ਕਿੱਥੋਂ ਕੀਤਾ शुरू तो जनाब मैं तकरीबन 14-15 साल मेरी उम्र सी ते मैं महल्लियां दे विच निक्के निक्के प्ले मतलब मुख्तलिफ इवेंट हुंदे सन जिद्दां 14 अगस्त ला लो जी ਉਹ चांद रात हुंदी सी ईद दी रात ਜਿਹੜੀ ਹੁੰਦੀ ਏ दिन ਦਿਹਾੜ ਜਿਵੇਂ मतलब ਤਿਉਹਾਰ ਹੁੰਦਾ ਸੀ ਕੋਈ ਸ਼ਾਦੀ 6 ਸਤੰਬਰ ਲਾ ਲਓ ਹਾਂਜੀ मतलब मुख्तलिफ मतलब इवेंट्स करते रहे हैं फिर शादी प्रोग्राम ਉਹਨਾਂ ਤੋਂ ਸਟਾਰਟ ਕੀਤਾ ਐਜ਼ ਅ ਡਾਂਸਰ ਤੇ ਮੈਂ ਡਾਂਸ ਦਾ ਬੜਾ ਸ਼ੌਕ ਸੀ ਬਚਪਨ ਤੋਂ ਤੇ ਇਸ ਗੱਲ ਦੇ मेरे वालिद साहब खिलाफ भी बड़े से कि यार तू की करन डै पिया लेकिन वो एक कह लो ना कि अंदर एक फनकार सी ते ਉਹ ਨਿੱਕੇ ਨਿੱਕੇ ਮਹੱਲਿਆਂ ਦੇ ਵਿੱਚ ਪ੍ਰੋਗਰਾਮ ਕਰਨੇ ਸ਼ਾਦੀ ਫੰਕਸ਼ਨ ਕਰਨੇ ਉਸ ਤੋਂ ਬਾਅਦ ਮਤਲਬ ਫਿਰ ਮੈਨੂੰ ਚਾਂਸ ਮਿਲਿਆ ਸਟੇਜ ਪਲੇ ਉਦੋਂ ਮੈਨੂੰ ਨਹੀਂ ਸੀ ਪਤਾ ਥੀਏਟਰ ਕੀ ਹੈ ਸਟੇਜ ਕੀ ਟੀਵੀ ਦਾ ਸ਼ੌਕ ਸੀ ਤੇ ਉਹ ਮਤਲਬ ਮੇਰਾ ਇੱਕ ਭਾਣਜਾ ਹੀ ਲੱਗਦਾ ਸੀ ਰਿਸ਼ਤੇ ਚ ਸਾਜਦ ਸਾਗਰ ਨਾਮ ਸੀ ਉਹਦਾ ਜੀ ਤੇ ਉਹ ਪਹਿਲੇ ਉਹ ਪਲੇ ਕਰਦਾ ਹੁੰਦਾ ਸੀ ਤੇ ਛੋਟੇ ਮੋਟੇ ਨਿੱਕੇ ਨਿੱਕੇ ਦਿਹਾਤਾਂ ਦੇ ਵਿੱਚ ਆਊਟਡੋਰ ਜਿਹਨੂੰ ਅਸੀਂ ਕਹਿੰਦੇ ਆ ਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਕਿ ਮਾਮੂ ਇੱਕ ਤੁਹਾਨੂੰ ਸ਼ੌਕ ਹੈ ਤੇ ਮੈਂ ਤੁਹਾਨੂੰ ਪਲੇ ਕਰਾਉਣਾ ਤੇ ਮੈਂ ਸਮਝਿਆ ਕਿ ਟੀਵੀ ਡਰਾਮਾ ਹੈ ਅੱਛਾ ਜੀ ਮੈਂ ਉਹਦੇ ਨਾਲ ਚਲਾ ਗਿਆ ਜਨਾਬ ਤੇ ਉਹ ਫਿਰ ਪਹਿਲਾ ਪ੍ਰੋਗਰਾਮ ਮਤਲਬ ਇਹ ਤਕਰੀਬਨ 1992 ਦੀ ਗੱਲ ਕਰ ਰਿਹਾ ਮੈਂ अच्छा 92 1992 ਦੀ हाँ जी 1992 ਜਦੋਂ ਮੈਂ ਨਾਲ ਸਕੂਲ ਤਾਲੀਮ ਵੀ ਜਾਰੀ ਸੀ ਅੱਛਾ ਸਕੂਲ ਪੜਦਾ ਸਾਂ ਤੇ ਰਾਤ ਪ੍ਰੋਗਰਾਮਾਂ ਤੇ ਜਾਣਾ ਤੇ ਉਸ ਤੋਂ ਬਾਅਦ ਦਿਨੇ ਸਕੂਲ ਵੀ ਜਾਣਾ ਯਾਨੀ ਕਿ ਤੁਸੀਂ ਬਚਪਨ ਵਿੱਚ ਵੀ 24 ਘੰਟੇ ਡਿਊਟੀ ਕੀਤੀ ਮਤਲਬ ਜਿਵੇਂ ਕਹਿੰਦੇ ਨਾ ਕਿ ਓਵਰ ਟਾਈਮ ਲਾਇਆ ਵਾ ਹਾਂਜੀ ਬਸ ਉਹ ਸ਼ੌਕ ਸੀ ਦਾਜੀ ਕਿ ਮੈਂ ਫਨਕਾਰ ਬਣਨਾ ਹੈ ਕੀ ਬਾਤ ਤੇ ਉਹ ਜਨਾਬ ਫਿਰ ਅੱਲਾ ਕੀਤਾ 1992 ਤੋਂ ਸਫ਼ਰ ਸ਼ੁਰੂ ਕੀਤਾ ਨਿੱਕੇ ਨਿੱਕੇ ਮਹੱਲਿਆਂ ਦੇ ਵਿੱਚ ਆਊਟਡੋਰਾਂ 'ਚ ਤੇ ਫਿਰ ਮਤਲਬ ਅੱਲਾ ਕੀਤਾ ਮਿਹਨਤ ਕਰ ਕਰਕੇ ਆਸਤਾ ਅੱਲਾ ਨੇ ਇੱਥੇ ਤੱਕ ਪਹੁੰਚਾ ਹੀ ਦਿੱਤਾ ਅੱਛਾ ਜੀ ਨਹੀਂ ਇੱਥੇ ਤੱਕ ਮਿਹਨਤ ਨਾਲ ਪਹੁੰਚੇ ਜਾਂ ਕਿਰਾਏ ਨਾਲ ਪਹੁੰਚੇ ਕਿਰਾਇਆ ਤੇ ਬੇਟਾ ਫਿਰ ਉਹ ਲੱਗਦਾ ਹੀ ਆ ਤੁਸੀਂ ਮਿਹਨਤ ਕਰੋ ਨਾ ਕਰੋ ਤੁਸੀਂ ਫੌਤ ਕੀਤੇ ਵੀ ਜਾਓ ਤਾਂ ਪਹਿਲੇ ਕਿਰਾਇਆ ਲੈਂਦੇ ਉਹਨਾਂ ਇਹ ਨਹੀਂ ਕਹਿਣਾ ਮਰਨ ਵਾਲਾ ਇਹਦਾ ਤਾਏ ਦਾ ਮੁੰਡਾ ਜਾਫਰ ਸੀ ਇੱਕ ਨੂੰ ਕਿਰਾਇਆ ਤਾਂ ਜ਼ਰੂਰੀ ਕਿਉਂਕਿ ਪੈਟਰੋਲ ਹੀ ਇੰਨਾ ਵੱਧ ਗਿਆ ਜਿੱਦਾਂ ਬੰਦਾ ਟੁੱਟਾ ਛਿੱਤਰ ਨਹੀਂ ਕਹਿੰਦੇ ਵੱਧ ਗਿਆ ਕਿਰਾਏ ਤੇ ਲੈ ਦੇ ਕੇ ਬੈ ਕੇ ਪਾ ਸਹੀ ਗੱਲ ਹੈ ਪੈਟਰੋਲ ਹੀ ਇੰਨਾ ਮਹਿੰਗਾ ਹੋ ਗਿਆ ਬੰਦਾ ਖੁਦਕੁਸ਼ੀ ਵੀ ਨਹੀਂ ਕਰ ਸਕਦਾ ਪੀਣ ਵਾਸਤੇ ਆ ਜੀ ਪੀਣਾ ਕੀ ਉੱਥੇ ਤੇ मोटरसाइकिल नहीं लभना जी सही गल है एक बार मैं भी दिल किया कि मैं दुनिया तो वावा तंग आया वा पेट्रोल पी के ना जरा मैं कहना मैं भी आराम कर लवां मैं इंज करके पेट्रोल पीता वा मेरे पेट विच दर्द हुंदी सी वो ठीक हो गई ਇਹਦਾ ਮਤਲਬ ਅੰਦਰ ਦੀ ਤੇ ਬਾਹਰ ਦੀ ਬੈਲ ਉਦੋਂ ਲੱਤੀ ਬੈਲ ਠੀਕ ਹੈ ਮਤਲਬ ਏਡੇ ਬੱਗਾ ਜੀ ਕਿਉਂ ਚਿੱਟੀ ਉਤਲੀ ਚਮੜੀ ਪਿਓ ਨੇ ਮਾਰ ਕੇ ਲਾਤੀ ਹੈ ਜਾਂ ਬਲੈਲਰ ਨਾਲ ਲੜਾਈ ਹੋ ਗਈ ਸੀ ਰੌਲਾ ਜੀ ਨਹੀਂ ਮੈਂ ਦਰਅਸਲ ਪ੍ਰੋਡਕਟ ਹੈਗੀ ਆ ਜੀ ਸਨੈਪਚੈਟ ਵਾਲਿਆਂ ਦੀ ਅੱਛਾ ਜੀ तो उन्होंने कहा सी जरा लड़के भी इंज दे करने चाहिए मैं स्नैपचैट वाले दी तरफों जी अच्छा ਮੈਨੂੰ ਤੇ ਇੰਜ ਲੱਗਦਾ ਕਿ ਪਤਾ ਨਹੀਂ ਤੁਸੀਂ ਉਹ ਬੁੱਢੀਆਂ ਤੇ 4 ਕਰੀਮਾਂ ਲਾਉਂਦੀਆਂ ਤੁਸੀਂ 8 ਲਾ ਕੇ ਕਿਤੇ ਲਾਉਣੀ ਭੁੱਲ ਗਏ ਅੱਖ ਲੱਗ ਗਈ नहीं जनाब क्रीम वाला कोई चक्कर नहीं है ओरिजिनल ब्यूटी कहते ना गॉड गिफ्ट ਉਹ ਵਾਲਾ ਬਿਲਕੁਲ ਸਹੀ ਅੱਛਾ ਤੇ ਤੁਸੀਂ ਜਨਾਬ ਕੰਮ ਕੀਤਾ 1992 ਤੋਂ ਸ਼ੁਰੂ ਹੋਏ ਜੀ ਤੇ 14 ਸਾਲ ਦੀ ਉਮਰ ਤੋਂ ਸ਼ੁਰੂਆਤ ਕੀਤੀ ਜੀ ਤੇ ਜ਼ਮੀਨ ਤੋਂ ਕੰਮ ਸ਼ੁਰੂ ਕੀਤਾ ਹਾਂਜੀ ਤੇ ਮਕਸਦ ਇਹ ਕਿ ਤੁਹਾਨੂੰ ਪਹਿਲੀ ਜਿਹੜੀ ਪੇਮੈਂਟ ਹੈ ਉਹ ਕਿੰਨੀ ਮਿਲੀ ਹੈ पेमेंट जनाब सब तो पहले तो जो फिर निके निके प्रोग्राम असीं कीते ते उहदे च मैनूं कदी उन्हां 200 रुपया दे देना
ਕਦੀ 100 ਰੁਪਇਆ ਦੇ ਦੇਣਾ। 200 ਕੀ ਚਾਹ ਦਾ ਦਿੰਦੇ ਸੀਗੇ ਉਦੋਂ 200 ਵੀ ਬੜਾ ਹੁੰਦਾ ਸੀ ਬੱਗਾ ਜੀ। ਵਾਕਈ 1992 ਚ 200 ਰੁਪਏ ਦਾ ਤੇ ਬੰਦਾ ਦਿਲ ਕਰੇ ਪੂਰਾ ਪਿੰਡ ਲੈ ਲਵੇ। ਜੀ ਜੀ। ਤੇ ਉਹ ਸਰ ਉਹ ਬੜਾ ਨਿੱਕੇ ਨਿੱਕੇ ਅਸੀਂ ਪ੍ਰੋਗਰਾਮ ਕਰਨੇ 200 100 150 200 ਦੇ ਦੇਣਾ ਉਹਨਾਂ ਨੇ। ਅੱਛਾ। ਫਿਰ ਆਹਿਸਤਾ ਆਹਿਸਤਾ ਇੱਕ ਕਮਰਸ਼ੀਅਲ ਪਲੇ ਸੀਗਾ ਜੜਾ ਵਾਲਾ, ਉਹਦੇ ਵਿੱਚ ਮਲਕ ਸਲੀਮ ਸਾਹਿਬ ਸਾਡੇ ਫੈਸਲਾਬਾਦ ਤੋਂ, ਮੇਰੇ ਇਲਾਕੇ ਦੇ ਟੁੱਡੀ ਵਾਲੇ ਤੋਂ ਹੀ, ਉਹਨਾਂ ਨਾਲ ਸਟਾਰਟ ਮੈਂ ਉਹਨਾਂ ਨਾਲ ਜੁਆਇਨ ਕੀਤਾ। ਉਹ ਮੈਨੂੰ ਲੈ ਕੇ ਆਏ, ਉਹਨਾਂ ਨੇ ਮੈਨੂੰ ਚਾਂਸ ਦਿੱਤਾ। ਇੱਕ ਲੇਡੀਜ਼ ਦਾ ਕਰੈਕਟਰ ਸੀ ਉਦੋਂ ਡਰਾਮੇ 'ਚ ਕੁੜੀਆਂ ਨਾ ਇੱਕ ਅੱਧੀ ਰੱਖਦੇ ਸਨ, ਲੜਕਿਆਂ ਨੂੰ ਲੜਕੀਆਂ ਬਣਾਉਂਦੇ ਸਨ, ਉਹ ਟ੍ਰੈਂਡ ਸੀ। ਤੇ ਉਹ ਮੈਨੂੰ ਬੈਨੀਫਿਟ ਇਹ ਸੀ ਕਿ ਮੈਂ ਮਤਲਬ ਐਜ਼ ਅ ਡਾਂਸਰ ਵੀ ਸੀ ਫੀਲਡ 'ਚ। ਤੇ ਉਹਨਾਂ ਕਿਹਾ ਕਿ ਯਾਰ ਇੱਕ ਇਹਨਾਂ ਨੂੰ ਕਰੈਕਟਰ ਦੇਈਏ। ਉਹ ਮੈਂ ਕਰੈਕਟਰ ਕੀਤਾ ਤੇ ਬੇਸਿਕਲੀ ਮੈਂ ਅਮਾਨ ਸਾਹਿਬ ਤੋਂ ਮੁਤਾਸਰ ਹੋ ਕੇ ਇਸ ਫੀਲਡ 'ਚ ਆਇਆ ਸਾਂ। ਕੀ ਬਾਤ ਹੈ ਜੀ, ਅਮਾਨ ਸਾਹਿਬ ਇਜ਼ ਵੈਰੀ ਗੁੱਡ। ਸਾਲ ਲੋਕ ਹੋਏ ਨੇ ਸ਼ਹਿਨਸ਼ਾਹ ਕਾਮੇਡੀ ਹੈ ਜੀ। ਤੁਸੀਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੋਵੇ, ਕੋਈ ਮਸ਼ਹੂਰ ਵਾਕਿਆ, ਮਤਲਬ ਕੋਈ ਐਸੀ ਗੱਲ ਉਹਨਾਂ ਨੇ ਤੁਹਾਨੂੰ ਮੈਸੇਜ ਦਿੱਤਾ ਹੋਵੇ ਜਾਂ ਤੁਹਾਡੇ ਦਿਲ 'ਚ ਉਹਨਾਂ ਦੀ ਗੱਲ ਬੈਠੀ ਹੋਵੇ ਕਿ ਯਾਰ ਕੀ ਬਾਤ ਹੈ ਜੀ? ਹਾਂਜੀ, ਉਹ ਜਦੋਂ ਜਨਾਬ ਮੈਂ ਉੱਥੇ ਆਉਂਦਾ ਵਾਂ, ਮੈਂ ਜਦੋਂ ਸਟਾਰਟ ਕੀਤਾ ਨਾ ਜੀ, ਫਿਰ ਤੇ ਉਹ ਆਸਤਾ ਆਸਤਾ ਮਲਕ ਸਲੀਮ ਸਾਹਿਬ ਜਿਨ੍ਹਾਂ ਨੇ ਮੈਨੂੰ ਫੀਲਡ 'ਚ ਫਿਰ ਇਨ ਕੀਤਾ, ਉਹਨਾਂ ਦੇ ਨਾਲ ਪਲੇ ਕੀਤੇ। ਉਸ ਬਾਅਦ ਮੇਰੇ ਫਿਰ ਦੋਸਤ ਕਾਫੀ ਸਾਡੇ ਫੈਸਲਾਬਾਦ ਦੇ, ਅਹਿਮਦ ਨਵਾਜ਼ ਨਿਆਜ਼ੀ, ਸ਼ਾਹਿਦ ਕਮਾਲ ਸਾਹਿਬ, ਅੱਲਾ ਉਹਨਾਂ ਨੂੰ ਜੰਨਤ 'ਚ ਕਰ ਕਰੇ, ਅਲਤਾਫ ਨਗੀਨਾ ਸਾਹਿਬ ਮੇਰਾ ਮਹੱਲੇਦਾਰ ਵੀ ਨੇ ਔਰ ਮੇਰੇ ਸੀਨੀਅਰ ਵੀ, ਤੇ ਹੁਣ ਗਾਏ ਬਗਾਏ ਉਹ ਵੀ YouTube ਕਰ ਰਹੇ ਨੇ। ਅਲਤਾਫ ਨਗੀਨਾ ਸਾਹਿਬ ਮੋਸਟ ਸੀਨੀਅਰ ਨੇ ਮੇਰੀ, ਉਹਨਾਂ ਨੇ ਮਤਲਬ ਬੜੀ ਮੇਰੇ ਨਾਲ ਰਹਿਨੁਮਾਈ ਮੇਰੀ ਕੀਤੀ, ਬੜਾ ਸਪੋਰਟ ਕੀਤਾ ਉਹਨਾਂ ਨੇ। ਤੇ ਉਹ ਜਨਾਬ ਫਿਰ ਮੈਂ ਚੱਲਦਾ ਜੜਾ ਵਾਲਾ ਸ਼ਹਿਰ ਹੈ ਇੱਕ ਸਾਡੇ ਫੈਸਲਾਬਾਦ ਦੇ ਨਾਲ, ਉਹ 30-35 ਕਿਲੋਮੀਟਰ ਦੇ ਫਾਸਲੇ ਤੇ, ਉੱਥੇ ਫਿਰ ਪਲੇ ਕਰਨੇ ਸ਼ੁਰੂ ਕਰ ਦਿੱਤੇ। ਉੱਥੇ ਫਿਰ ਅੱਲਾ ਨੇ ਮੈਨੂੰ ਮਤਲਬ ਥੋੜੀ ਬਹੁਤੀ ਮਿਹਨਤ ਕਰਦੇ ਅੱਲਾ ਨੇ ਇੱਜ਼ਤ ਦਿੱਤੀ। ਫਿਰ ਅੱਲਾ ਨੇ ਇਸ ਕਦਰ ਮੁਕਾਮ ਦੇਤਾ ਹੈ ਕਿ ਉਸੇ ਹੀ ਜਗ੍ਹਾ ਤੇ ਮਾਲਕ ਨੇ ਨਿਜ਼ਾਮ ਬਣਾਤਾ ਹੈ। ਫਿਰ ਅੱਲਾ ਨੇ ਉੱਥੇ ਪੇਮੈਂਟ ਵੀ ਵਧਾਤੀ, ਗੱਡੀ ਵੀ ਦੇਤੀ। ਸਟਾਰਟ ਮੈਂ ਮਤਲਬ 100-200 ਤੋਂ ਹੀ ਹੋਇਆ ਸਾਂ। ਫਿਰ ਇੱਕ ਦੌਰ ਆਇਆ, ਫਿਰ ਆਪਣੀ ਗੱਡੀ ਲੈ ਲਈ ਉਸੇ ਸ਼ਹਿਰ ਜਿੱਥੇ ਮੈਂ 100-150 ਤੇ ਗਿਆ ਸਾਂ, ਰੋਟੀ ਤੇ ਕਹਿ ਲਓ ਕਿਰਾਏ ਤੇ। ਜੀ। ਫਿਰ ਉੱਥੇ ਅੱਲਾ ਨੇ ਇੱਕ ਗੱਡੀ, ਫਿਰ ਮੈਂ ਆਪਣੀ ਕਲਟਸ ਗੱਡੀ ਸੀ ਪਹਿਲੇ, ਮੈਂ ਰੈਂਟ ਤੇ ਲਈ। ਫਿਰ ਉਹ 6 ਮਹੀਨੇ ਉੱਥੇ ਪ੍ਰੋਪਰ ਕੰਮ ਕੀਤਾ ਤੇ ਫਿਰ ਮੈਂ ਉਹ ਗੱਡੀ ਆਪਣੀ ਮਾਸ਼ਾਅੱਲਾ ਲੈ ਲਈ। ਕੀ ਬਾਤ ਹੈ, ਮਾਸ਼ਾਅੱਲਾ। ਦੇਖੋ ਨਾ ਜੀ, ਭਲੇ ਵਕਤ ਸੀਗੇ 200 ਰੁਪਇਆ ਬੜੀ ਅਮਾਉਂਟ ਸੀਗੀ। ਜੀ, ਬੜੀ ਉਹਦੀ ਬੁੱਕਤ ਸੀ, ਕੀਮਤ ਸੀਗੀ। ਹਾਂਜੀ। ਇਹ ਹੁਣ ਤੇ 200 ਦੀ ਉਹ ਧਾਗਾ ਬੰਨਣ ਵਾਲੀ ਨਹੀਂ ਆਉਂਦੀ। ਹਾਂਜੀ, ਇਦਾਂ 10 ਰੁਪਏ ਤੇ ਨਿਆਣਾ ਨਹੀਂ ਲੈ ਰਿਹਾ, ਉਹ ਲਵੇਟ ਕੇ ਸੁੱਟ ਦਿੰਦਾ, ਮੰਗਣ ਵਾਲੇ ਨਹੀਂ ਲੈਂਦੇ ਭਾਜੀ। ਤੇ ਉਹ ਸਰ ਤੁਸੀਂ ਗੱਲ ਕਰ ਰਹੇ ਸੀ ਅਮਾਨ ਸਾਹਿਬ ਦੀ, ਅੱਲਾਹ ਪਾਕ ਜੰਨਤ ਨਸੀਬ ਕਰੇ। ਮੈਂ ਬੇਸਿਕਲੀ ਉਹਨਾਂ ਤੋਂ ਫੈਨ ਹੋ ਕੇ ਫੀਲਡ 'ਚ, ਉਹਨਾਂ ਦਾ ਫੈਨ ਹੋ ਕੇ ਫੀਲਡ 'ਚ ਆਇਆ, ਮੁਤਾਸਰ ਹੋ ਕੇ। ਕਿਹੜਾ ਰਾਇਲ ਫੈਨ? ਨਹੀਂ ਜੀ, ਮਿਲਤ ਫੈਨ। ਅੱਛਾ, ਮਿਲਤ। ਤੇ ਉਹ ਸਰ ਆਪਣਾ ਮੈਨੂੰ ਜਦੋਂ ਪਤਾ ਲੱਗਾ ਕਿ ਉਹ ਫੈਸਲਾਬਾਦ ਆ ਰਹੇ ਨੇ, ਤੇ ਉਹ ਜਿਹੜਾ ਫੈਸਲਾਬਾਦ ਆਏ ਤੇ ਉਦੋਂ ਸਾਡੇ ਫੈਸਲਾਬਾਦ ਸੰਗੀਤ ਥੀਏਟਰ ਹੁੰਦਾ ਸੀ, ਸੰਗੀਤ ਸਿਨੇਮਾ ਸਰਗੋਦਾ ਰੋਡ ਤੇ। ਅੱਛਾ। ਮੈਨੂੰ ਪਤਾ ਲੱਗਾ ਉੱਥੇ ਆਏ ਨੇ ਪਲੇ ਕਰਨ, ਤੇ ਮੈਂ ਜਨਾਬ ਪਹਿਲੀ ਦਫਾ ਜਦੋਂ ਮੁਲਾਕਾਤ ਕੀਤੀ ਉਹਨਾਂ ਨਾਲ, ਤੇ ਇੱਕ ਭਾਈਜਾਨ ਲਿਆਕਤ ਪ੍ਰੋਡਕਸ਼ਨ ਵਾਲੇ ਨਹੀਂ ਹੁੰਦੇ ਜਿਹੜੇ ਫਨਕਾਰਾਂ ਚਾय ਸ਼ਾय ਪਿਲਾ, ਹਵਾਰੀ ਟੈਪ, ਬੜੇ ਪਿਆਰੇ ਸਾਡੇ ਭਾਈ ਸਨ। ਲਿਆਕਤ ਭਾਜੀ ਉਹਨਾਂ ਦੀ ਕੰਟੀਨਿਊ ਜੀ ਭਾਜੀ, ਅੱਛਾ ਭਾਜੀ। ਤੇ ਉਹ ਭਾਜੀ ਮੈਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਇਹ ਬੰਦਾ ਚਾਵਾਂ ਲੈ ਕੇ ਜਾਂਦਾ ਫਨਕਾਰਾਂ ਨੂੰ। ਤੇ ਮੈਂ ਆਪਣੇ ਵਾਲਦ ਸਾਹਿਬ ਵਾਲਾ 24 ਦੇ ਸਾਈਕਲ ਪੈਡਲਾਂ ਤੱਕ ਮੇਰੇ ਪੈਰ ਵੀ ਨਹੀਂ ਸੀ ਪਹੁੰਚਦੇ, ਛੋਟਾ ਜਿਹਾ ਸੀ। ਤੇ ਉਹ ਜਨਾਬ ਮੈਂ ਫਿਰ ਸਾਈਕਲ ਤੇ ਪਹੁੰਚ ਗਿਆ ਸਿਨੇਮੇ। ਮੈਂ ਉਹ ਭਾਈ ਨੂੰ ਕਿਹਾ, ਮੈਂ ਕਿਹਾ ਸਿਗਰਟਾਂ ਦੀ ਡੱਬੀ ਲੈ ਕੇ ਦਿੱਤੀ, ਤੇ ਮੈਂ ਡੇਲੀ ਜਾਂਦਾ ਸੀ। ਮੈਨੂੰ ਫਿਰ 15-20 ਦਿਨ ਬਾਅਦ ਨਾ ਉਹਨਾਂ ਨੇ ਆਖਰ ਉਹਨੇ ਕਿਹਾ, ਯਾਰ ਤੂੰ ਕੌਣ ਹੈ, ਕਿੱਥੋਂ ਆਉਣਾ ਹੈ? ਅੱਛਾ। ਮੈਂ ਉਹਨਾਂ ਨੂੰ ਕਿਹਾ, ਸਰ ਮੈਂ ਟੁੱਡੀ ਵਾਲੇ ਤੋਂ ਆਉਣਾ ਵਾ, ਜੜਾਂ ਵਾਲੇ ਰੋਡ ਤੋਂ, ਤੇ ਲਿਹਾਜ਼ਾ ਮੈਂ ਫਨਕਾਰਾਂ ਨੂੰ ਮਿਲਣਾ ਚਾਹੁੰਦਾ ਵਾ। ਤੇ ਉਦੋਂ VCR ਦੌਰ ਹੁੰਦਾ ਸੀ। ਤੇ ਪਹਿਲੀ ਦਫਾ ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਫਨਕਾਰਾਂ ਨੂੰ ਮਿਲਣਾ, ਮੈਂ ਅਮਾਨੁੱਲਾ ਸਾਹਿਬ ਨੂੰ ਮਿਲਣਾ, ਮੈਂ ਉਹਨਾਂ ਦਾ ਸ਼ਾਗਿਰਦ ਹੋਣਾ ਹੈ। ਕੀ ਬਾਤ। ਉਹ ਜਨਾਬ ਫਿਰ ਉਹਨਾਂ ਨੇ, ਅੱਲਾ ਉਹਨਾਂ ਦਾ ਭਲਾ ਕਰੇ, ਤੇ ਉਹ ਭਾਈ ਜਾਨ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਅੱਛਾ ਮੇਰੇ ਪਿੱਛੇ ਆ ਜਾ। ਉਹਨਾਂ ਚਾय ਵਾਲੀ ਟਰੇ ਹੱਥ 'ਚ ਫੜੀ ਤੇ ਮੈਂ ਉਹਨਾਂ ਦੇ ਪਿੱਛੇ ਜਾ ਰਿਹਾ। ਤੇ ਉਹ ਗਏ, ਤੇ ਅੱਗੇ ਜਦੋਂ ਮੈਂ ਦੇਖਿਆ ਤੇ ਲਾਈਵ ਜ਼ਿੰਦਗੀ 'ਚ ਪਹਿਲੀ ਦਫਾ, ਕਿਉਂਕਿ VCR 'ਚ ਵੇਖੇ ਸਾਂ। ਸਹੀ ਗੱਲ ਹੈ। ਉਹ ਜਨਾਬ ਮੈਂ ਉਹਨਾਂ ਨੂੰ ਅਮਾਨ ਸਾਹਿਬ, ਆਬਦ ਖਾਨ ਸਾਹਿਬ, ਤੇ ਹੋਰ ਵੀ ਮਤਲਬ ਤਾਰਿਕ ਜਾਵੇਦ ਸਾਹਿਬ, ਠੀਕ ਹੈ ਜੀ, ਉਹ ਜਨਾਬ ਉਹਨਾਂ ਨੂੰ ਮੈਂ ਦੇਖਿਆ, ਨਸੀਮ ਵਿੱਕੀ ਸਾਹਿਬ, ਸਾਰੇ ਵੱਡੇ ਭਾਈ ਉੱਥੇ ਬੈਠੇ, ਸਰਦਾਰ ਸਾਹਿਬ ਵੀ ਸਨ ਉੱਥੇ। ਤੇ ਉਹ ਜਨਾਬ ਆਪਣਾ ਮੈਂ ਦੇਖ ਕੇ ਤੇ ਮੇਰੇ ਅੱਖਾਂ 'ਚ ਅਥਰੂ ਆ ਗਏ, ਤੇ ਮੇਰੇ ਕੋਲ ਗੱਲ ਨਹੀਂ ਹੋ ਰਹੀ, ਯਾਨੀ ਕਿ ਖੁਸ਼ੀ ਦਾ ਆਲਮ ਸੀ। ਕੀ ਬਾਤ ਹੈ, ਤੁਸੀਂ ਲੈਜੈਂਡ ਇੰਨੇ ਮਾਸ਼ਾਅੱਲਾ, ਇੱਕ ਸਟਾਰ ਵੇਖਿਆ ਨਹੀਂ ਮਾਂ ਨੂੰ ਤੁਸੀਂ ਤੇ ਸਾਰੇ ਸਨ। ਤੇ ਉਹ ਮੈਂ ਈਵਨ ਕਿ ਇੱਥੋਂ ਤੱਕ ਕਿ ਮੇਰੇ ਸਹੀ ਸਾਹ ਨਹੀਂ ਆ ਰਿਹਾ, ਖੁਸ਼ੀ ਦਾ ਲਮਹਾ ਹੈ ਸੀ। ਤੇ ਮੈਨੂੰ ਆਬਦ ਸਾਹਿਬ ਨੇ ਪੁੱਛਿਆ ਕਿ ਹਾਂਜੀ ਬੇਟਾ ਕਿੱਧਰ ਆਏ ਹੋ? ਮੇਰੇ ਕੋਲ ਗੱਲ ਹੈ, ਉਹਨਾਂ ਕਿਹਾ ਯਾਰ ਲਿਆਕਤ ਦਾ ਬੱਚੇ ਨੂੰ ਪਾਣੀ ਪਿਲਾਓ। ਅੱਛਾ। ਮੈਨੂੰ ਪਾਣੀ ਪਿਲਾਇਆ, 10 ਮਿੰਟ ਉਹਨਾਂ ਬਿਠਾਇਆ, ਰਿਲੈਕਸ ਕੀਤਾ। ਉਸ ਤੋਂ ਬਾਅਦ ਕਹਿੰਦੇ ਹੁਣ ਦੱਸ ਬੇਟਾ। ਮੈਂ ਕਿਹਾ ਸਰ ਮੈਂ ਅਮਾਨ ਸਾਹਿਬ ਤੋਂ ਮੁਤਾਸਰ ਹੋਇਆ ਤੇ ਮੈਂ ਸ਼ਾਗਿਰਦ ਹੋਣ ਆਇਆ। ਅੱਛਾ। ਮੇਰੀ ਬਾਂਹ ਫੜੀ ਦੀ ਸਾਹਮਣੇ ਅਮਾਨ ਸਾਹਿਬ ਬੈਠੇ, ਜਾ ਕੇ ਤਾਰਫ ਕਰਾਇਆ, ਕੀ ਨਾਂ ਤੇਰਾ? ਮੈਂ ਕਿਹਾ ਜੀ ਜ਼ਾਹਦ ਹਾਸ਼ਮੀ ਹੈ। ਹਾਸ਼ਮੀ ਸਾਡੀ ਜ਼ਾਤ ਹੈ, ਜ਼ਾਹਦ ਮੇਰਾ ਨਾਂ। ਤੇ ਮੇਰੇ ਇੱਕ ਸੀਨੀਅਰ ਨੇ
ਅਲਤਾਫ ਨਗੀਨਾ ਸਾਹਿਬ। ਮੈਂ ਕਿਹਾ ਜੀ ਉਹਨਾਂ ਨੇ ਮੇਰਾ ਨਾਮ ਰੱਖਿਆ। ਅੱਛਾ। ਤੇ ਉਹਨੇ ਕਿਹਾ ਜੀ ਅੱਜ ਤੋਂ ਬਾਅਦ ਬੇਟਾ ਜ਼ਾਹਦ ਤੂੰ ਅਮਾਨ ਸਾਹਿਬ ਦਾ ਸ਼ਾਗਿਰਦ ਹੋਣਾ ਹੈ। ਹਾਂਜੀ, ਅਮਾਨ ਸਾਹਿਬ ਨੇ ਮੇਰਾ ਨਾਮ ਪਤਾ ਪੁੱਛਿਆ, ਦੱਸਿਆ, ਤੇ ਮੈਂ ਕਿਹਾ ਉਸਤਾਦ ਜੀ ਮੈਂ ਫਨਕਾਰ ਬਣਨਾ ਚਾਹੁੰਦਾ। ਉਹਨਾਂ ਨੇ ਪਹਿਲੀ ਮੈਨੂੰ ਇਹ ਗੱਲ ਕਹੀ ਕਿ ਬੇਟਾ ਸਭ ਤੋਂ ਪਹਿਲੇ ਤਾਲੀਮ ਜ਼ਰੂਰੀ ਹੈ। ਅੱਛਾ। ਤੂੰ ਅਜੇ ਬੱਚਾ ਹੈ, ਨਾ ਤੈਨੂੰ ਮੁੱਛ ਲੱਗ ਸਕਦੀ, ਨਾ ਤੂੰ ਪਿਓ ਦਾ ਕਰੈਕਟਰ ਕਰ ਸਕਦਾ, ਨਾ ਵੱਡੇ ਭਰਾ ਦਾ, ਤੇ ਨਾ ਕਿਸੇ ਬਜ਼ੁਰਗ ਦਾ, ਦਾਦੇ ਦਾ, ਚਾਚੇ ਦਾ। ਤੂੰ ਮੇਰਾ ਪੁੱਤਰ ਇੰਜ ਕਰ ਕਿ ਮੈਂ ਤੈਨੂੰ ਮਸ਼ਵਰਾ ਦਿੰਦਾ ਕਿ ਤੂੰ ਤਾਲੀਮ ਜਾਰੀ ਰੱਖ। ਅੱਛਾ। ਜਦੋਂ ਵੱਡਾ ਹੋਏਗਾ ਤੂੰ ਫੇਰ ਮੇਰੇ ਕੋ ਆਈ। ਤੇ ਮੈਂ ਉਹਨਾਂ ਨੂੰ ਕਿਹਾ ਨਹੀਂ ਉਸਤਾਦ ਜੀ ਮੈਂ ਇਨਸ਼ਾਅੱਲਾ ਪੜਾਂਗਾ ਵੀ, ਮੈਂ ਨਾਲ ਸਕੂਲ ਵੀ ਜਾਵਾਂਗਾ ਤੇ ਮੈਨੂੰ ਸ਼ੌਕ ਹੈ। ਵਾਹ ਵਾਹ ਵਾਹ, ਕੀ ਬਾਤ ਹੈ। ਯਾਨੀ ਕਿ ਪੜੇ ਵੀ, ਉਹ ਨਾਲ ਸਟਰਗਲ ਵੀ ਕੱਟੀ ਹੈ, ਨਾਲ ਆਪਣਾ ਫਨ ਨੂੰ ਵੀ ਤੁਸੀਂ ਹਾਂਜੀ ਜਾਰੀ ਰੱਖਿਆ ਵਾ। ਤੇ ਉਹ ਸਰ ਫਿਰ ਉਹਨਾਂ ਨੇ ਜਦੋਂ ਮੇਰੀਆਂ ਗੱਲਾਂ ਵੇਖੀਆਂ ਨਾ, ਤੇ ਉਹਨਾਂ ਨੇ ਕਿਹਾ ਕਿ ਯਾਰ ਮਤਲਬ ਇਹ ਬੱਚਾ ਨਾ ਕੁਝ ਬਣੇਗਾ। ਉਹ ਸਾਲ ਲੋਕ ਚੈੱਕ ਕਰ ਲੈਂਦੇ ਗੱਲਾਂ 'ਚ ਵੀ ਇਹਦਾ ਕੀ ਸ਼ੌਕ ਹੈ, ਇਹਦਾ ਕੀ ਮਕਾਮ ਹੈ। ਉਹ ਡਰਾਮਾ ਮੁੱਕੇ ਚਲੇ ਗਏ। ਮੈਂ ਹੁਣ ਢੀਕਣੇ ਆ ਕਿ ਯਾਰ ਡਰਾਮਾ ਲੱਗੇ ਤੇ ਮੈਂ ਮਾਨ ਸਾਹਿਬ ਨੂੰ ਮਿਲਾਂ। ਮੈਂ ਡੇਲੀ ਫਿਰ ਡਰਾਮੇ ਲਿਆ ਕੇ ਉਹਨਾਂ ਦੇ ਵੇਖਣੇ, ਗੱਲਾਂ ਯਾਦ ਕਰਨੀਆਂ। ਉਹਦੇ ਦਰਮਿਆਨ ਫਿਰ ਨਿੱਕੇ ਨਿੱਕੇ ਟਿਊਸ਼ਨਾਂ ਤੇ ਜਦੋਂ ਮੈਨੂੰ ਚਾਂਸ ਮਿਲਦੇ ਰਹੇ ਤੇ ਮੈਂ ਅਮਾਨ ਸਾਹਿਬ ਦੀਆਂ ਐਟਮਾਂ ਕਰਦਾ ਸੀ। ਤੇ ਉਹ ਫਿਰ ਮੁੜ ਕੇ ਇੱਕ ਵਕਤ ਆਇਆ ਤਾਰਕ ਜਾਵੇਦ ਸਾਹਿਬ। ਅੱਛਾ। ਜਦਕਿ ਸਟਰਗਲ ਦੇ ਵਿੱਚ ਮਤਲਬ ਮੈਂ ਵੀ ਜ਼ਿਕਰ ਕਰਨਾ ਜ਼ਰੂਰੀ ਸਮਝਾਂਗਾ, ਜਦੋਂ ਮਹੱਲਿਆਂ ਚੋਂ ਨਿਕਲਿਆ ਨਾ ਜੀ ਮੈਂ, ਹਾਂਜੀ ਹਾਂਜੀ, ਫਿਰ ਜਦੋਂ ਕਮਰਸ਼ੀਅਲ ਚ ਆਇਆ ਸ਼ਹਾਦਤ ਥੀਏਟਰ, ਫਿਰ ਤਾਰਕ ਜਾਵੇਦ ਸਾਹਿਬ ਡਾਇਰੈਕਟਰ ਵੀ ਸਨ, ਐਕਟਰ ਵੀ ਸਨ, ਔਰ ਮੁਲਕ ਪਾਕਿਸਤਾਨ ਦਾ ਨਾਮ ਡਾਇਰੈਕਟਰ ਬਹੁਤ ਵੱਡੇ ਸਨ ਸਾਰੇ ਪਾਕਿਸਤਾਨ ਦੇ। ਮੇਰਾ ਖਿਆਲ ਕੋਈ ਐਸਾ ਉਹਨੂੰ ਤਾਂ ਮੈਂ ਬਲਕਿ ਤੁਸੀਂ ਕਹਿ ਨਹੀਂ ਸਕਦੇ ਫਨਕਾਰ ਜਿਹੜਾ ਤਾਰਕ ਜਾਵੇਦ ਸਾਹਿਬ ਦੇ ਨਾਂ ਤੋਂ ਨਹੀਂ ਕੀ ਬਾਤ ਵਾਕਿਫ, ਕਿਉਂਕਿ ਉਹ ਫਨਕਾਰਾਂ ਦੇ ਬਾਪ ਸਨ। ਸਹੀ ਗੱਲ ਹੈ। ਤੇ ਉਹ ਸਰ ਫਿਰ ਤਾਰਕ ਸਾਹਿਬ ਦਾ ਮਤਲਬ ਸਫਦਰ ਸਾਹਿਬ ਸਾਡੇ ਫੈਸਲਾਬਾਦ ਦੇ ਡਾਇਰੈਕਟਰ ਨੇ, ਜ਼ੀਸ਼ਾਨ ਸਾਹਿਬ ਨੇ, ਸੀਨੀਅਰ ਨੇ ਮੇਰੇ, ਤੇ ਉਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਅਗਰ ਤੂੰ ਫਨਕਾਰ ਬਣਨਾ ਤੇ ਤਾਰਕ ਸਾਹਿਬ ਦੇ ਨਾ ਫੌਰਨ ਤੋਂ ਪਹਿਲੇ ਗਿੱਟਿਆਂ 'ਚ ਬਹਿ ਜਾ। ਅੱਛਾ ਜੀ। ਇਹਨਾਂ ਨੇ ਤੈਨੂੰ ਅੱਗੇ ਚਾਂਸ ਦੇਣਾ ਤੇ ਇਹ ਹੀ ਫਨਕਾਰ ਬਣਾਉਂਦੇ ਅੱਲਾ ਦੀ ਜ਼ਾਤ ਤੋਂ ਬਾਅਦ, ਇਹ ਇਹਨਾਂ ਦਾ ਸਿਸਟਮ ਹੈ। ਉਹ ਮੈਂ ਉਹਨਾਂ ਦੀ ਜਨਾਬ ਪਿਆਰਾਂ 'ਚ ਬਹਿ ਕੇ ਡੇਲੀ ਕੁੱਟਣਾ ਨੱਪਣਾ, ਸਿਗਰਟ ਲਿਆਉਣਾ, ਉਹਨਾਂ ਦੇ ਪਾਨ ਲਿਆਉਣੇ, ਉਹਨਾਂ ਦੇ ਸੌਦੇ ਲਿਆਉਣੇ, ਉਹਨਾਂ ਨੂੰ ਕੁੱਟਣਾ ਨੱਪਣਾ। ਉਹ ਮਹੀਨਾ ਦੋ ਮੇਰੀ ਨਾ ਉਹਨਾਂ ਦੀ ਖਿਦਮਤ 'ਚ ਲੰਘੇ। ਅੱਛਾ। ਇੱਕ ਦਿਨ ਉਹਨਾਂ ਪੁੱਛ ਲਿਆ ਮੈਨੂੰ, ਤੇ ਉਹਨਾਂ ਦਾ ਨਾ ਇੱਕ ਸਟਾਈਲ ਬੜਾ ਟਿਪੀਕਲ ਜਿਹਾ ਸੀ। ਕਿਹੜਾ ਜੀ? ਉਹ ਕੌਣ ਹੈ ਤੂੰ ਓਏ? ਓਏ ਕਿਸੇ ਸਾਂਸੀ ਦੀ ਸ਼ਕਲ ਵਾਲਿਆ। ਕੀ ਉਹਨਾਂ ਦਾ ਸਟਾਈਲ ਸੀ। ਵਾਹ ਵਾਹ। ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਸਰ ਮੈਂ ਢੁੱਡੀ ਵਾਲੇ ਤੋਂ ਆਉਣਾ ਵਾ ਤੇ ਮੈਨੂੰ ਸ਼ੌਕ ਹੈ ਡਰਾਮਿਆਂ 'ਚ ਕੰਮ ਕਰਨ ਦਾ। ਅੱਛਾ। ਉਹ ਜਨਾਬ ਫਿਰ ਉਹਨਾਂ ਨੇ ਮੈਨੂੰ ਤਾਰਫ ਸ਼ਾਰਫ ਹੋਇਆ ਤੇ ਉਹ ਪਹਿਲੀ ਇਸ ਗੱਲ ਤੇ ਹੈਰਾਨ, ਉਹ ਤੂੰ ਢੁੱਡੀ ਵਾਲੇ ਨੂੰ ਆ ਜਾਣਾ ਲੈ। ਢੁੱਡੀ ਵਾਲੇ 12-14 ਕਿਲੋਮੀਟਰ ਬਣਦਾ ਸੀ। ਤੂੰ ਹੈਰਾਨ ਕਿ ਯਾਰ ਇਹ ਬੱਚਾ ਹੈ। ਮੈਨੂੰ ਕਹਿੰਦੇ ਤੂੰ ਪੜਿਆ? ਮੈਂ ਕਿਹਾ ਮੈਂ ਸਕੂਲੇ ਜਾਣਾ ਪੜਦਾ। ਤੇ ਉਹ ਹੱਸ ਪਏ ਨੇ, ਕਹਿੰਦਾ ਯਾਰ ਵੇਖੋ ਇਹ ਬੱਚਾ ਪੜ ਰਿਹਾ ਤੇ ਕਹਿੰਦਾ ਮੈਂ ਡਰਾਮੇ ਕਰਨੇ ਨੇ। ਲਿਹਾਜ਼ਾ 2-3-4 ਮਹੀਨੇ ਉਹਨਾਂ ਨੂੰ ਮੈਂ ਨਾ ਖਿਦਮਤ ਕੀਤੀ, ਕੁੱਟਿਆ ਨਾ ਪਿਆ। ਉਹਨਾਂ ਨੇ ਕਿਤੇ ਮੇਰੇ ਤੇ ਤਰਸ ਆਇਆ। ਅੱਛਾ। ਉਹ ਫਿਰ ਫਸਟ ਟਾਈਮ ਮੇਨ ਜਿਹੜਾ ਥੀਏਟਰ ਸ਼ਹਾਦਤ ਥੀਏਟਰ ਫੈਸਲਾਬਾਦ ਕਮਰਸ਼ੀਅਲ ਵੱਡਾ ਡਰਾਮਾ, ਉਹਦੇ 'ਚ ਫਿਰ ਪਹਿਲਾਂ ਮੈਨੂੰ ਚਾਂਸ ਦਿੱਤਾ ਗਿਆ ਸੀ। ਇਹਨੂੰ ਕਹਿੰਦੇ ਪਬਲਿਕ ਬਿਠਾਓ ਐਂਟਰੀ ਸਟਾਰ ਤੇ ਜਦੋਂ ਆਉਂਦਾ ਐਕਸਟਰਾ ਕਰੈਕਟਰ, ਜਦੋਂ ਪਬਲਿਕ ਬਹਿ ਰਹੀ ਹੁੰਦੀ ਹੈ ਤੇ ਉਹ ਇੱਕ ਸ਼ੌਕੀਨ ਬੱਚਿਆਂ ਨੂੰ ਜਿਹੜੇ ਸ਼ੌਕ ਰੱਖਦੇ ਨੇ ਡਰਾਮੇ ਦਾ, ਉਹ ਪਹਿਲੇ ਐਂਟਰੀਆਂ ਤੇ ਫਿਰ ਉਹ ਬੱਚਿਆਂ ਨੂੰ ਚਾਂਸ ਦਿੰਦੇ ਆ, ਨਾਲੇ ਉਹਨਾਂ ਦੀ ਹੌਸਲਾ ਅਫਜ਼ਾਈ ਹੁੰਦੀ, ਨਾਲੇ ਪਬਲਿਕ ਦੀ ਤਵੱਜੋ ਹੋਈ ਨਹੀਂ। ਫਿਰ ਮੇਨ ਫਨਕਾਰ ਬਾਅਦ ਚ ਆਉਂਦੇ ਨੇ। ਮਤਲਬ ਇਹ ਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਨਾ ਕਿਹੜਾ ਬੰਦਾ ਇਸ ਪ੍ਰੈਸ਼ਰ ਨੂੰ ਸਾਂਭ ਲੇਗਾ, ਉਹ ਫੇਸ ਕਰ ਲੇਗਾ ਕਿ ਨਹੀਂ। ਮਤਲਬ ਪਬਲਿਕ ਅੱਗੇ ਉਹਦਾ ਕੌਨਫੀਡੈਂਸ ਲੈਵਲ ਕੀ ਚੈੱਕ ਕੀਤਾ ਜਾਂਦਾ ਸੀ। ਨਹੀਂ ਤੇ ਪੜ੍ਹੇ ਕਿੰਨੇ ਤੁਸੀਂ? ਮੈਂ ਜਨਾਬ ਬੜੀ ਮੁਸ਼ਕਿਲ 9ਵੀਂ ਤੱਕ ਗਿਆ ਵਾਂ ਤੇ ਮੈਟ੍ਰਿਕ ਕਲੀਅਰ ਨਹੀਂ ਕੀਤਾ, ਉਹ ਤਾਂ 10ਵੀਂ ਤੱਕ ਆਏ ਆ। ਅੱਛਾ। ਤੇ ਮੈਂ 10ਵੀਂ ਚ ਲਾ ਲਓ ਕਿ ਐਵੇਂ 2-4 ਮਹੀਨੇ ਅੱਗੋਂ ਆਊਟਡੋਰ ਆ ਗਏ। ਫਿਰ ਮੈਨੂੰ ਖਰਚਾ ਮਿਲਣ ਲੱਗ ਪਿਆ। ਮੈਂ ਕਿਹਾ ਯਾਰ ਕੰਮ ਤੇ ਇਹ ਸਹੀ ਪੈਸੇ ਮਿਲਦੇ, ਲੇਕਿਨ ਉਹ ਬਾਕੀ ਬਚਕਾਨਾ ਜ਼ੇਨ ਸੀ ਤੇ ਮੈਂ ਪੈਸਿਆਂ ਦੀ ਲਾਲਚ ਨਾਲ ਮੈਂ ਸਕੂਲ ਛੱਡ ਦਿੱਤਾ। ਹਾਂਜੀ। ਤੇ ਉਹ ਮੇਰੇ ਵਾਲਦ ਸਾਹਿਬ ਬੜੇ ਸਖਤ ਸਨ। ਅੱਛਾ। ਤੇ ਉਹ ਜਨਾਬ ਮੈਨੂੰ ਮਤਲਬ ਬੜਾ ਕਹਿੰਦੇ ਕਿ ਪੜ੍ਹ ਲੈ ਯਾਰ, ਆਉਣ ਵਾਲਾ ਵਕਤ ਪੁੱਤਰ ਪੜ੍ਹਾਈ ਦਾ, ਤੂੰ ਪੜ੍ਹ ਲੈ। ਲੇਕਿਨ ਮੇਰੇ ਅੰਦਰ ਇੱਕ ਫਨਕਾਰ ਸੀ। ਅੱਛਾ। ਤੁਹਾਡੇ ਅੰਦਰ ਵੀ ਇੱਕ ਫਨਕਾਰ ਸੀਗਾ? ਫਨਕਾਰ ਅੰਦਰ ਹੀ ਹੁੰਦਾ ਹੈ ਬੱਗਾ ਜੀ, ਤੁਸੀਂ ਨਾਲ ਸ਼ਾਪਰ ਚ ਪਾਈ ਫਿਰਦੇ। ਫਨਕਾਰ ਅੰਦਰ ਹੋਵੇ ਤੇ ਬਾਹਰ ਹੁੰਦਾ। ਹਰ ਇਨਸਾਨ ਦੇ ਅੰਦਰ ਇੱਕ ਫਨਕਾਰ ਹੈ, ਅੰਦਰ ਰੂਹ ਨਹੀਂ, ਯਾਨੀ ਕਿ ਫਨਕਾਰ ਹੈ। ਹਾਂਜੀ। ਤੇ ਉਹ ਜਨਾਬ ਫਿਰ ਮਤਲਬ ਇਦਾਂ ਕਰਕੇ ਉਹ ਸਿਸਟਮ ਚੱਲਿਆ। ਅੱਛਾ। ਤੇ ਬਾਕੀ ਅਮਾਨ ਸਾਹਿਬ ਦੀ ਇੱਕ ਮੈਨੂੰ ਗੱਲ ਅੱਜ ਵੀ ਯਾਦ ਹੈ, ਜਦੋਂ ਮੈਨੂੰ ਕਹਿੰਦੇ ਨੇ ਕਿ ਬੇਟਾ, ਪਹਿਲੇ ਉਹਨਾਂ 3 ਦਫਾ ਮੈਨੂੰ ਕਿਹਾ ਕਿ ਹਟ ਜਾ ਇਸ ਕੰਮ ਤੋਂ। ਅੱਛਾ। ਇਹੀ ਮੇਰਾ ਮਾਂ ਪਿਓ ਕਹਿੰਦਾ ਸੀ ਕਿ ਹਟ ਜਾ। ਖੈਰ ਘਰ ਦੇ ਜਿੱਦੋ ਜੋਹਦ ਕਰ ਲਈ ਸੀ, ਮਾਂ ਨੂੰ ਬੜੀ ਮੁਸ਼ਕਿਲ ਮਨਾ ਲਿਆ ਕਿਉਂਕਿ ਮਾਂ ਸੀ। ਵਾਲਦ ਸਾਹਿਬ ਕੋ ਤਾਂ ਮਾਰ ਹੀ ਬੜੀ ਖਾਧੀ ਹੈ। ਲੇਕਿਨ ਉਹਨਾਂ ਨੂੰ ਮੈਂ ਇੱਕ ਗੱਲ ਕਹੀ ਸੀ ਆਪਣੇ ਮਾਂ ਬਾਪ ਨੂੰ, ਮੈਂ ਕਿਹਾ ਇੱਕ ਵਕਤ ਆਏਗਾ ਗੱਡੀ ਖੜੀ ਕਰਾਂਗਾ
ਜਿਹੜਾ ਕਿ ਅੱਜ ਤੁਹਾਡੇ ਸਾਈਕਲ ਤੇ ਜਾ ਰਿਹਾ ਤੂੰ ਹੱਸਦੇ ਸਨ ਕੀ ਬਾਤ ਹੈ। ਤੇ ਯਾਰ ਉਮਰ ਇਹਦੀ 12-14 ਸਾਲ ਆ ਤੇ ਗੱਲਾਂ ਇਹਦੀਆਂ ਗੱਡੀ ਵਾਲੀ ਹੈ। ਮੈਂ ਕਿਹਾ ਭਾਜੀ ਮਾਰ ਲਓ ਜਿੰਨਾ ਮਾਰਨਾ, ਇੱਕ ਦਿਨ ਆਏਗਾ ਕਿ ਮੈਂ ਫਨਕਾਰ ਬਣਾਂਗਾ। ਵਾਹ ਵਾਹ। ਤੂੰ ਮੇਰੀ ਗੱਲਾਂ ਦੇ ਨਾਲ ਮੈਨੂੰ ਮਾਰਦੇ ਸੀ ਨਾਲੇ ਹੱਸਦੇ ਕਿ ਇਹਦੀ ਉਮਰ ਆ ਵੀ ਨਾਮੁਮਕਿਨ ਜੀ ਲੱਗਦੀ ਸੀ ਨਾ, ਬੱਚਾ ਛੋਟਾ ਬੱਚਾ ਗੱਲ ਕਰੇਗਾ। ਮਿਹਨਤ ਇੰਨੀ ਕੀਤੀ ਅੱਲਾ ਨੇ, ਉਹ ਵਕਤ ਲਿਆਂਦਾ। ਫਿਰ ਬੂਹੇ ਕੇ ਗੱਡੀ ਵੰਸ ਬਣੀ, ਉਦੋਂ ਮੈਂ ਰੈਂਟ ਤੇ ਲੈਂਦਾ ਸੀ। ਅੱਛਾ। ਕਦੀ ਕੋਈ ਗੱਡੀ ਮਿਲ ਜਾਂਦੀ ਰੈਂਟ ਤੇ ਜੂ ਸੀ, ਕਦੀ ਜਿਹੜੀ ਖੜੀ ਹੋਣੀ ਉਹ ਚਾਬੀ ਹੋ ਜਾਣੀ ਲਿਆਣਾ, ਕਦੀ ਟੂਡੀ ਨਵੀਂ ਹੋਈ ਉਹ ਮੇਰੇ ਅੱਬਾ ਜੀ ਇੱਕ ਦਿਨ ਡਰ ਗਏ। ਤੂੰ 0 ਮੀਟਰ ਗੱਡੀਆਂ ਬੂਹੇ ਅੱਗੇ ਖੜਾ, ਮੇਰੇ ਘਰ ਡਾਕਾ ਹੀ ਨਾ ਪਵਾ ਦੇ, ਤੂੰ ਕਿਹੜਾ ਕੰਮ ਫੜਿਆ? ਸਹੀ ਮੈਂ ਕਿਹਾ ਨਹੀਂ ਅੱਬਾ ਜੀ ਹੁਣ ਮੈਂ ਫਨਕਾਰ ਬਣ ਗਿਆ, ਇੰਨੇ ਪੈਸੇ ਮਿਲ ਗਏ ਨੇ, ਮੈਂ ਤਾਂ ਰੈਂਟ ਵੀ ਦਿੰਦਾ ਵਾ, ਤੇਲ ਵੀ ਪਵਾਉਣਾ, ਤੇ ਮੈਂ ਇੱਥੇ ਜਾਣਾ ਹੁੰਦਾ। ਅੱਛਾ ਅੱਛਾ। ਉਹ ਚੱਲਦਾ ਸਿਸਟਮ ਅੱਲਾ ਕੀਤਾ ਇੱਥੇ ਤੱਕ ਅੱਲਾ ਨੇ ਪਹੁੰਚਾਤਾ ਕਿ ਅੱਜ ਅੱਲਾ ਦੀ ਰਹਿਮਤ ਦੇ ਨਾਲ ਐਜ਼ ਏ ਰਾਈਟਰ ਵੀ ਐਜ਼ ਏ ਡਾਇਰੈਕਟਰ ਵੀ ਕਰ ਰਹੇ ਹਾਂ। ਨਹੀਂ ਬਿਲਕੁਲ, ਉਹ ਤੇ ਤੁਹਾਡਾ ਵਾਕਈ ਮਾਸ਼ਾਅੱਲਾ, ਮੈਂ ਕਾਫੀ ਦੇਰ ਤੋਂ ਕਾਫੀ ਜਗ੍ਹਾ ਤੇ ਵੇਖਿਆ ਕਿ ਤੁਸੀਂ ਐਜ਼ ਏ ਐਕਟਰ ਵੀ ਕਰਦੇ ਹੋ ਤੇ ਡਾਇਰੈਕਸ਼ਨ ਵੀ ਦਿੰਦੇ ਹੋ। ਲਿਹਾਜ਼ਾ ਇਹ ਬੜੀ ਗੱਲ ਹੁੰਦੀ ਹੈ ਕਿ 5-7 ਬੰਦਿਆਂ ਨੂੰ, 5-7 ਕੁੜੀਆਂ ਨੂੰ, ਮਤਲਬ ਉਹਨਾਂ ਨੂੰ ਤੁਸੀਂ ਦੱਸਣਾ ਵਾ। 12-14 ਬੰਦਿਆਂ ਦੀ ਟੀਮ ਹੁੰਦੀ, 12-14 ਬੰਦਿਆਂ ਨੂੰ ਤੁਸੀਂ ਦੱਸਣਾ ਕਿ ਕਾਕਾ ਇਹ ਤੇਰਾ ਇਹ ਕੰਮ ਹੈ, ਇਹ ਤੇਰਾ ਹੈ, ਇਹ ਉਹਦੀ ਗੱਲ ਹੈ, ਇਹ ਉਹਦੀ ਹੈ। ਤੇ ਫਿਰ ਲਿਹਾਜ਼ਾ ਭੱਜ ਦੌੜ ਤੋਂ ਬਾਅਦ ਆਪਣਾ ਕੰਮ ਵੀ ਤੁਸੀਂ ਦਿਖਾਉਣਾ, ਇਹ ਬੜੀ ਗੱਲ ਹੁੰਦੀ ਜੀ। ਬਸ ਇਹ ਅੱਲਾ ਦੀ ਰਹਿਮਤ ਹੀ ਹੈ ਮੇਰੀ, ਇਹਦੇ ਚ ਕੋਈ ਕੁਆਲਿਟੀ ਨਹੀਂ। ਮੇਰੇ ਮਾਲਕ ਅੱਲਾ ਸੋਹਣੇ ਕਰੀਮ ਦਾ ਕਰਮ ਹੈ, ਉਹਦੀ ਰਹਿਮਤ ਆ, ਤੇ ਉਹਦੀ ਰਹਿਮਤ ਤੋਂ ਕਦੇ ਵੀ ਨਾਮੀਦ ਨਹੀਂ ਹੋਣਾ ਚਾਹੀਦਾ। ਬਿਲਕੁਲ ਜੀ। ਤੇ ਅਮਾਨ ਸਾਹਿਬ ਦੀ ਗੱਲ ਮੈਂ ਸਾਰੀ ਜ਼ਿੰਦਗੀ ਦੀ ਭੁੱਲਣੀ। ਉਹਨਾਂ ਨੇ ਇੱਕ ਗੱਲ ਕਹੀ ਸੀ, ਫਨਕਾਰ ਬਣਦੇ ਨੇ, ਫਨਕਾਰ ਜੰਮਦੇ ਨੇ। ਵਾਹ ਵਾਹ ਵਾਹ। ਫਨਕਾਰ ਬਣਦੇ ਨਹੀਂ, ਜੰਮਦੇ ਨੇ ਜੀ। ਦੂਸਰੀ ਇਹ ਗੱਲ ਉਹਨੇ ਕਿਹਾ ਸੀ, ਬੇਟਾ ਜੇ ਤੂੰ ਇਹ ਕੰਮ ਕਰਨਾ, ਝੱਕਣਾ ਨਹੀਂ, ਥੱਕਣਾ ਨਹੀਂ ਤੇ ਅੱਕਣਾ ਨਹੀਂ। ਸਹੀ ਗੱਲ ਹੈ। ਇਹ ਤਿੰਨੇ ਗੱਲਾਂ ਫਨਕਾਰ ਚ ਹੋਣ ਤੇ ਫੇਰ ਕੁਝ ਬਣ ਜਾਂਦਾ। ਤੇ ਬਾਕੀ ਇਹਦੇ ਵਿੱਚ ਹੁਣ ਮੌਜੂਦਾ ਜਿਹੜਾ ਦੌਰ ਜਾ ਰਿਹਾ ਨਾ ਜੀ, ਮੌਜੂਦਾ ਥੋੜਾ ਥੀਏਟਰ ਬੁਹਰਾਨ ਦਾ ਸ਼ਿਕਾਰ ਹੋ ਚੁੱਕਿਆ ਹੈ। ਉਹ ਮਤਲਬ ਸਿਲਸਿਲੇ ਬੜੇ ਅਜੀਬ ਜਿਹੇ ਹੋ ਗਏ ਨੇ। ਪਹਿਲੇ ਇਹ ਹੁੰਦਾ ਸੀ ਆਰਟਿਸਟ ਦਾ ਇੱਕ ਮਿਆਰ ਵਕਾਰ ਸੀਗਾ, ਹੁਣ ਥੋੜਾ ਜਿਹਾ ਸਿਸਟਮ ਮਤਲਬ ਇੱਧਰ ਆ ਗਿਆ ਕਿ ਕੁਝ ਮੁਲਕੀ ਹਾਲਾਤ ਐਸੇ ਨਹੀਂ ਹੈਗੇ। ਤੇ ਮੈਂ ਤੇ ਬਹੁਤੇ ਤਬਸਰਿਆਂ ਨਾਲੋਂ ਇਹਨੂੰ ਥੀਏਟਰ ਨੂੰ ਬਿਹਤਰ ਕਰਨ ਵਾਸਤੇ ਮੈਂ ਇਹੀ ਕਰਾਂਗਾ, ਆਪਣੇ ਪ੍ਰੋਡਿਊਸਰ ਹਜ਼ਰਾਤ, ਆਪਣੇ ਫਨਕਾਰ ਹਜ਼ਰਾਤ ਔਰ ਜਿੰਨੇ ਵੀ ਦੋਸਤ ਇਸ ਫੀਲਡ ਦਾ ਮੁਨਸਲਿਕ ਨੇ, ਕਿ ਇਹਨੂੰ ਯਾਰ ਅਸੀਂ ਇੱਕ ਦੂਜੇ ਤੇ ਇਹ ਨਾ ਕਹੀਏ ਕਿ ਉਹਨੇ ਆ ਕੀਤਾ ਤੇ ਆ ਹੋ ਗਿਆ। ਨਹੀਂ, ਉਹ ਸਿਆਣੇ ਦੀ ਗੱਲ ਹੈ, ਸਭ ਤੋਂ ਪਹਿਲੇ ਆਪਣੇ ਆਪ ਨੂੰ ਠੀਕ ਕਰੋ। ਹਾਂਜੀ, ਜ਼ਾਹਿਰ ਗੱਲ ਹੈ। ਤੇ ਇਹਨੂੰ ਅੱਜ ਵੀ ਅਗਰ ਖੁਦਾਰਾ ਥੀਏਟਰ ਨੂੰ ਬਚਾਉਣਾ ਹੈ ਤੇ ਉਹਦੇ ਵਾਸਤੇ ਸਾਨੂੰ ਇੱਕ ਮਿਹਨਤ ਕਰਨੀ ਪੈਣੀ ਹੈ। ਜਿੱਦਾਂ ਅਸੀਂ ਕਰਦੇ ਆ ਰਹੇ ਹਾਂ ਤੇ ਅੱਜ ਮੁਕਾਮ ਦਿੱਤੇ ਨੇ, ਤੇ ਇਹ ਮੁਕਾਮ ਜਿਹੜੇ ਵਾਪਸ ਆ ਰਹੇ, ਇਹਨਾਂ ਨੂੰ ਵਾਪਸ ਲਿਆਉਣ ਵਾਸਤੇ ਸਾਨੂੰ ਫਿਰ ਮਿਹਨਤ ਦੀ ਜ਼ਰੂਰਤ ਆ। ਜ਼ਾਹਿਰੀ ਗੱਲ ਹੈ। ਫਿਰ ਸਕ੍ਰਿਪਟ ਕਰਨੇ ਪੈਣਗੇ, ਫਿਰ ਸਾਨੂੰ ਕਰੈਕਟਰ ਕਰਨੇ ਪੈਣਗੇ, ਫਿਰ ਸਾਨੂੰ ਪ੍ਰੌਕਸ ਲਿਆਣੀ ਪਏਗੀ, ਔਰ ਇਨਸ਼ਾਅੱਲਾ ਅਗਰ ਮਿਹਨਤ ਕਰਾਂਗੇ ਤੇ ਥੀਏਟਰ ਵਾਪਸ ਆ ਸਕਦਾ ਹੈ। ਅੱਛਾ ਔਰ ਮਿਆਰੀ ਕੰਮ ਕਰੀਏ, ਕਹਾਣੀਆਂ ਪੇਸ਼ ਕਰੀਏ। ਹਰ ਫਨਕਾਰ ਇਹ ਸੋਚ ਰੱਖੇ ਕਿ ਯਾਰ ਮੇਰਾ ਇੱਕ ਕਰੈਕਟਰ ਹੈ, ਮੈਂ ਇਹਦੇ ਮੁਤਾਬਕ ਪ੍ਰੌਕਸ ਦੀ ਟੈਂਪੋ ਕਰਨੀ ਹੈ। ਨਾ ਕਿ ਜਿਹੜਾ ਹੁਣ ਨਵਾਂ ਟ੍ਰੈਂਡ ਚੱਲ ਗਿਆ ਜੀ, ਮੈਂ ਪਿੰਡੋਂ ਆ ਜਾ, ਮੈਂ ਉੱਥੇ ਹਕੀਮ ਦਾ ਕਿਤੇ ਮੈਂ ਉਸਤਾਦ ਜੀ ਬਾਹਰੋਂ ਨਾ ਆ ਜਾ, ਕਦੇ ਵੀ ਇਹ ਨਾ ਕਰੋ। ਮੈਂ ਆ ਡਾਇਰੈਕਸ਼ਨ ਵਾਲਾ ਜਿਹੜਾ ਸ਼ੁਭਾ ਮੈਂ ਸ਼ੁਰੂ ਤੋਂ ਪੇ ਕੀਤਾ ਸੀ ਤਾਰਕ ਜਾਵੇਦ ਸਾਹਿਬ ਨੂੰ ਜੀ। ਮੈਂ ਹੁਣ ਵੀ ਅੱਜ ਦੇ ਦੌਰ 'ਚ ਜਿਹੜਾ ਕਰ ਰਿਹਾ ਵਾਂ ਉਹ 100% ਹੀ, ਬਲਕਿ ਮੇਰੀ ਤਾਂ ਔਕਾਤ ਹੀ ਨਹੀਂ ਹੈ ਜੀ। 100% ਉਹਨਾਂ ਦੀ ਆਈਡੀਆ ਜ਼ਿਹਨ 'ਚ ਰੱਖ ਕੇ, ਉਹਨਾਂ ਦੀਆਂ ਸਿਚੁਏਸ਼ਨਾਂ, ਉਹਨਾਂ ਦੀ ਸੋਚ ਜ਼ਿਹਨ 'ਚ ਰੱਖ ਕੇ, ਮਤਲਬ ਸਕ੍ਰਿਪਟ ਜਿਹੜਾ ਵੀ ਹੁੰਦਾ ਵਾ ਲਿਖਿਆ ਜਾਂਦਾ, ਜਾਂ ਮੈਂ ਲਿਖਣਾ ਵਾ ਜਾਂ ਕਿਸੇ ਸੀਨੀਅਰ ਦਾ ਮੈਂ ਮਤਲਬ ਤਹਿਰੀਰ ਕਰਦਾ ਸਕ੍ਰਿਪਟ ਲੈ ਕੇ ਉਹਨੂੰ ਹਦਾਇਤ ਹੀ ਇਕੱਲਾ ਦੇਣਾ ਵਾ। ਠੀਕ ਹੈ ਜੀ, ਉਹਨੂੰ ਇਹ ਜ਼ਿਹਨ 'ਚ ਰੱਖ ਕੇ ਮਤਲਬ ਮੈਂ ਕਰ ਲੈਣਾ ਕਿ ਤਾਰਕ ਸਾਹਿਬ ਨੇ ਇਹ ਸੀਨ ਇੰਜ ਕਰਾਇਆ ਸੀ, ਇਹ ਮੂਵ ਇੰਜ ਕਰਾਈ ਸੀ। ਮੇਰੀ ਕੋਸ਼ਿਸ਼ ਹੁੰਦੀ ਕਿ ਇਹ ਬਕਾਇਦਾ ਸੀਨ ਅੱਛਾ ਬਣੇ। ਵੈਰੀ ਗੁੱਡ ਜੀ, ਮਾਸ਼ਾਅੱਲਾ, ਕੀ ਬਾਤ। ਤੇ ਜਿਹੜੀ ਹੈ ਸੋਸ਼ਲ ਮੀਡੀਆ ਤੇ ਅੱਜਕੱਲ ਮਤਲਬ ਲੋਕਾਂ ਨੇ ਕਾਫੀ ਜ਼ਿਆਦਾ ਲੜਾਈ ਦਾ ਰੁਝਾਨ ਬਣਾਇਆ ਵਾ, ਕੋਈ ਐਡਾਂ ਪਾ ਰਹੇ ਨੇ, ਕੋਈ ਵੀਡੀਓ ਕਹਿ ਰਹੇ ਜੀ ਇੰਜ ਹੋ ਰਿਹਾ ਤੇ ਫਲਾਨ ਹੋ ਰਿਹਾ, ਢੀਂਗ ਹੋ ਰਿਹਾ। ਹਾਂ, ਉਹਦੇ ਵਿੱਚ ਇਹ ਮੈਂ ਗੱਲ ਕਰਾਂਗਾ, ਕੀ ਤੁਸੀਂ ਕਹਿਣਾ ਚਾਹੋਗੇ? ਹਾਂਜੀ, ਇਹਦੇ ਬਾਰੇ 'ਚ ਮੈਂ ਇਹ ਗੱਲ ਕਰਾਂਗਾ ਕਿ ਮੇਰੇ ਲਈ ਸਭ ਤੋਂ ਪਹਿਲੇ ਤੇ ਇੱਕ ਮੈਂ ਬਹੁਤ ਨਿੱਕਾ ਜਿਹਾ ਫਨਕਾਰ ਆ ਜੀ। ਤੇ ਫਨਕਾਰ ਤੇ ਬਹੁਤ ਵੱਡੀ ਗੱਲ ਆ, ਮੈਂ ਸਮਝ ਲਓ ਫਨਕਾਰਾਂ ਦੀਆਂ ਜੁੱਤੀਆਂ ਚੁੱਕਣ ਵਾਲਾ ਵਾਂ। ਬਸ ਸਟਰਗਲ ਕਰ ਰਹੇ ਆ, ਕੀਤੀ ਹੈ ਤੇ ਕਰਨੀ ਹੈ ਮਜ਼ੀਦ ਅੱਗੇ। ਨਹੀਂ, ਬੜੀ ਗੱਲ ਹੈ ਜੀ, ਇਹ ਗੱਲ ਕਹਿ ਦੇਣੀ, ਹਾਲਾਂਕਿ ਉਸਤਾਦ ਲੋਗ ਹੋ, ਲੇਕਿਨ ਅੱਜ ਜੀ ਨੂੰ ਹੀ ਭਾਗ ਹੁੰਦੇ ਜੀ। ਔਰ ਇਹ ਗੱਲ ਜੈਨੂਇਨ ਆ ਬੱਗਾ ਜੀ। ਦੇਖੋ, ਸਿਰਫ ਮੁਕੰਮਲ ਮੇਰੇ ਸੋਹਣੇ ਅੱਲਾ ਦੀ ਜ਼ਾਤ ਹੈ। ਬਿਲਕੁਲ ਜੀ, ਦੁਨੀਆ ਦੇ ਕੋਈ ਚੀਜ਼ ਮੁਕੰਮਲ ਹੀ ਨਾ ਮੁਕੰਮਲ ਹੈ ਦੁਨੀਆ ਵਾ, ਸਿਰਫ ਮੁਕੰਮਲ ਮੇਰੇ ਸੋਹਣੇ ਅੱਲਾ ਦੀ ਜ਼ਾਤ ਹੈ, ਤੇ ਉਹਦੇ ਤੇ ਤਵੱਕਲ ਕਰਨਾ ਚਾਹੀਦਾ। ਮੈਂ ਇਹਦੇ ਵਿੱਚ ਜਿਹੜਾ ਵੇਖਿਆ ਨਾ ਅੱਜ ਕੱਲ, ਕੋਈ ਕੀ ਕਹਿ ਰਿਹਾ, ਕੋਈ ਕੀ ਕਹਿ ਰਿਹਾ, ਥੀਏਟਰ ਕਿੱਧਰ ਜਾ ਰਿਹਾ, ਕੀ ਹੋ ਗਿਆ, ਸਾਡਾ ਤਵੱਕਲ ਮੁੱਕ ਗਿਆ। ਸਹੀ ਗੱਲ ਹੈ, ਜਦੋਂ ਆਪਣੇ ਕੁਝ ਨਹੀਂ ਰਿਹਾ ਨਾ ਜੀ, ਅੱਲਾ ਸੋਹਣੇ ਤੇ ਤਵੱਕਲ ਮੁੱਕ ਗਿਆ। ਉਦੋਂ ਵੀ ਅਸੀਂ ਪਲੇ ਕਰਦੇ ਸਾਂ, ਇਹ ਟੀਟਾਂ ਵਾਲਾ ਟ੍ਰੈਂਡ ਨਹੀਂ ਸੀ, ਇਹ ਮਤਲਬ ਕਿ ਜੀ ਉਹਨੂੰ ਕਹਿ ਦੋ ਆਹ ਕਰ ਦੋ, ਨਹੀਂ। ਠੀਕ ਹੈ, ਦੌਰ ਦੇ ਨਾਲ ਚੇਂਜਿੰਗ ਆਈ ਹੈ, ਲੇਕਿਨ ਇਹਨੂੰ ਹੁਣ ਜੋ ਹੋ ਗਿਆ ਇਹ ਤੇ ਤਬਸਰੇ ਨਾ ਕਰੋ ਯਾਰ। ਇਹ ਮੇਰਾ ਇੱਕ ਮਾਈਂਡ ਹੈ ਬੱਗਾ ਜੀ, ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ, ਕਿ ਮੇਰਾ ਇੱਕ ਮਾਈਂਡ ਹੈ ਕਿ ਉਹਨੂੰ ਬੁਰਾ ਕਹਿ ਰਿਹਾ, ਉਹਨੂੰ ਬੁਰਾ ਕਹਿ ਰਿਹਾ, ਯਾਰ ਖੁਦਾਰਾ ਕੀ ਕਰ ਰਹੇ। ਇੱਕ ਜਿੱਦਾਂ ਸਿਆਣਿਆਂ ਦੀ ਗੱਲ ਆ, ਪਰਦਾ
ਪਰਦਾ ਵੀ ਇੱਕ ਚੀਜ਼ ਹੈ, ਇੱਕ ਫੀਲਡ ਦੇ ਵਿੱਚ ਤੁਸੀਂ ਇਹ ਕਹਿ ਰਹੇ ਕਿ ਉਹ ਕਰ ਰਿਹਾ, ਉਹਨੂੰ ਉਹ ਕਹਿ ਰਹੀ ਹੈ, ਇਹ ਉਹਨੂੰ ਕਹਿ ਰਿਹਾ, ਨਾ ਯਾਰ ਇਹ ਤਬਸਰੇ ਬੰਦ ਕਰੋ। ਸਾਰੇ ਹੀ ਜਿੰਨੇ ਮੇਰੇ ਸੀਨੀਅਰ ਉਹਨਾਂ ਅੱਗੇ ਹੱਥ ਬੰਨ ਕੇ, ਜਿਹੜੇ ਜੂਨੀਅਰ ਉਹਨਾਂ ਅੱਗੇ ਵੀ ਹੱਥ ਬੰਨ ਕੇ, ਉਹਨਾਂ ਅੱਗੇ ਹੱਥ ਬੰਨ ਕੇ ਇਹ ਅਰਜ਼ ਕਰਾਂਗਾ ਕਿ ਉਹ ਭੁੱਲ ਜਾਓ ਹੁਣ ਜਿਹੜਾ ਆਪਣਾ ਬੁਹਰਾਨ ਚੱਲਣ ਦੇ ਦੌਰ ਲੰਘੇ ਆ ਨਾ, ਪਿੱਛੇ ਬਲਗਰ ਹੋਇਆ, ਮਾਂ ਭੈਣ ਹੋਈ ਸੀ, ਇਹ ਹੋਇਆ, ਇਹਨਾਂ ਨੂੰ ਛੱਡਣਾ ਪੈਣਾ ਹੈ, ਫੇਰ ਇਹ ਮੁਕਾਮ ਮਿਲਣੇ ਨੇ। ਦੂਸਰੀ ਗੱਲ, ਜਿਹੜੇ ਸਾਡੇ ਲੇਡੀਜ਼ ਫਨਕਾਰ ਆਏ, ਅੱਲਾ ਇਹਨਾਂ ਨੂੰ ਹੋਰ ਇੱਜ਼ਤ ਦੇਵੇ। ਮੈਂ ਬੜੀ ਅੱਛੀ ਇਹਨਾਂ ਤੇ ਤਵੱਕੋ ਰੱਖਣਾ ਵਾ, ਔਰ ਬੱਚੀਆਂ ਬੜੀਆਂ ਅੱਛੀਆਂ ਐਕਟਰਾਂ ਨੇ ਯਾਰ, ਇਹਨਾਂ ਕੋਲ ਮੈਂ ਕੰਮ ਕਰਾਏ ਨੇ, ਮੈਂ ਕਈਆਂ ਦੇ ਇੰਟਰਵਿਊ ਦੇਖਣ ਦੇ ਨੇ, ਪਰੇਸ਼ਾਨੀ ਤੇ ਬੋਲਣੀਆਂ ਨੇ ਨਾ, ਸਹੀ ਗੱਲ ਹੈ। ਇਹਨਾਂ ਨੂੰ ਵੀ ਮੈਂ ਜਿਹੜੇ ਜੂਨੀਅਰ ਨੇ ਲੇਡੀਜ਼, ਉਹਨਾਂ ਅੱਗੇ ਮੈਂ ਮਤਲਬ ਸੀਨੀਅਰ ਬਣ ਕੇ ਰਿਕੁਐਸਟ ਕਰ ਰਿਹਾ, ਤੇ ਜਿਹੜੇ ਸੀਨੀਅਰ ਨੇ ਮੇਰੀਆਂ ਲੇਡੀਜ਼ ਫਨਕਾਰਾਂ, ਉਹਨਾਂ ਅੱਗੇ ਮੈਂ ਜੂਨੀਅਰ ਬਣ ਕੇ ਰਿਕੁਐਸਟ ਕਰ ਰਿਹਾ ਕਿ ਅਸੀਂ ਮਿਲ ਕੇ ਇਹ ਬੇੜੇ ਨੂੰ ਲੈ ਕੇ ਤੁਰਨਾ ਹੈ, ਇਹਨੂੰ ਅੱਛਾ ਕਰਨਾ ਹੈ, ਇਹਨੂੰ ਮਿਆਰੀ ਕਰਨਾ। ਉਹ ਕਿੱਦਾਂ ਹੋਣਾ ਹੈ ਕਿ ਮਤਲਬ ਅਸੀਂ ਕਰੈਕਟਰ ਕਰੀਏ, ਕਹਾਣੀ ਸਕ੍ਰਿਪਟ ਬਚਾਵਾਂਗੇ ਤੇ ਅਸੀਂ ਬਚਾਂਗੇ, ਸਕ੍ਰਿਪਟ ਬਚੇਗਾ ਤੇ ਸਾਡਾ ਪ੍ਰੋਡਿਊਸਰ ਬਚੇਗਾ, ਅੱਛਾ ਪ੍ਰੋਡਿਊਸਰ ਬਚੇਗਾ ਤੇ ਅਸੀਂ ਸਾਰੇ ਬਚਾਂਗੇ। ਤੇ ਲਿਹਾਜ਼ਾ ਅਸੀਂ ਬਜਾਏ ਪ੍ਰੋਡਿਊਸਰਾਂ ਨੂੰ ਗਲਤ ਕਹੀਏ, ਕੁੜੀਆਂ ਨੂੰ ਗਲਤ ਕਹੀਏ, ਮੁੰਡਿਆਂ ਨੂੰ ਨਹੀਂ, ਅਸੀਂ ਸਾਰੇ ਮਿਲ ਕੇ ਇਹਨੂੰ ਅੱਛਾ ਕਰਨ ਦੀ ਕੋਸ਼ਿਸ਼ ਕਰੀਏ ਇਨਸ਼ਾਅੱਲਾ ਜੀ। ਤੇ ਮੈਂ ਉਮੀਦ ਕਰਦਾ ਕਿ ਸਾਰੇ ਸੁਣਨ ਵਾਲੇ, ਦੇਖਣ ਵਾਲੇ, ਪ੍ਰੋਡਿਊਸਰ ਹਜ਼ਰਾਤ, ਉਸ ਤੋਂ ਬਾਅਦ ਸਾਡੇ ਫਨਕਾਰਾਂ ਜਿੰਨੀਆਂ ਨੇ, ਉਸ ਤੋਂ ਬਾਅਦ ਸਾਡੇ ਫਨਕਾਰ ਸੀਨੀਅਰ ਜੂਨੀਅਰ ਸਾਰੇ ਮਿਲ ਕੇ ਤਬਸਰੇ ਛੱਡ ਦਿਓ, ਇੱਕ ਦੂਜੇ ਦੀਆਂ ਪ੍ਰਾਈਵੇਸੀਆਂ ਨਾ ਕਰੋ ਕਿ ਉੱਥੇ ਇਹ ਹੋ ਰਿਹਾ, ਇਹ ਕੀ ਹੋ ਰਿਹਾ, ਬੈਕ ਸਟੇਜ ਕੀ ਹੋ ਰਿਹਾ। ਇਹ ਆਪਣਾ ਪਰਦਾ ਆਪ ਰੱਖੋ, ਆਪਣੇ ਆਪ ਨੂੰ ਦਰੁਸਤ ਰੱਖੋ, ਔਰ ਮਿਲ ਜੁਲ ਕੇ ਸਾਰੇ ਨੂੰ ਅੱਛਾ ਕਰੀਏ। ਮੈਂ ਕੋਸ਼ਿਸ਼ ਕਰਾਂਗਾ ਕਿ ਮੇਰੇ ਸਮੇਤ ਸਾਰੇ, ਤੇ ਪੂਰੇ ਇੰਟਰਵਿਊ 'ਚ ਆਖਰੀ ਮੇਰੀ ਇਹ ਗੱਲ ਹੈ ਬੱਗਾ ਜੀ ਕਿ ਤੁਸੀਂ, ਮੈਂ, ਸਾਰੇ ਅਸੀਂ ਜਿੰਨੇ ਫਨਕਾਰ ਹੈ ਇਹਨੂੰ ਅੱਛਾ ਕਰੀਏ, ਸਾਰੇ ਇਸ ਗੱਲ ਤੇ ਫੋਕਸ ਕਰ ਲਓ। ਅੱਲਾ ਦੀ ਕਸਮ, ਤਾਂ ਬਚਾਂਗੇ, ਤਾਂ ਥੀਏਟਰ ਬਚੇਗਾ, ਨਹੀਂ ਤੇ ਸਾਰੇ ਹੀ ਮਿੱਟੀ ਹੋ ਜਾਏਗਾ ਕੰਮ। ਜ਼ਾਹਰੀ ਗੱਲ ਹੈ ਜੀ। ਉਹ ਇਹ ਹੈ ਕਿ ਸਕ੍ਰਿਪਟ ਕੀ ਕਹਿ ਰਿਹਾ, ਸਭ ਤੋਂ ਪਹਿਲੇ ਕੋਈ ਕੁੜੀ ਆਵੇ, ਮੁੰਡਾ ਹੈ, ਉਹਨੂੰ ਆ ਕੇ ਡਾਇਰੈਕਟਰ ਨੂੰ, ਕੋਈ ਵੀ ਡਾਇਰੈਕਟਰ, ਉਹਨਾਂ ਨੂੰ ਕਹੋ, ਉਹਨਾਂ ਨੂੰ ਇਹ ਗੱਲ ਕਰੋ ਕਿ ਜੀ ਆਪਣਾ ਮੇਰਾ ਰੋਲ ਕੀ ਹੈ, ਸਰ ਮੈਨੂੰ ਰਿਹਰਸਲ ਕਰਾਓ, ਮੇਰਾ ਰੋਲ ਕੀ, ਮੇਰੀਆਂ ਲਾਈਨਾਂ ਕੀ ਨੇ। ਫਿਰ ਤੁਹਾਡਾ ਨਾਲ ਜਿਹਦੇ ਕਰੈਕਟਰ ਉਹਨੂੰ ਲਵੋ ਤੇ ਉਹਨੂੰ ਕਹੋ ਕਿ ਜੀ ਸਰ ਮੇਰੇ ਨਾਲ ਇਹ ਤੁਹਾਡੇ ਕਿਉਂ ਨੇ, ਮੇਰੇ ਕਿਉਂ ਨੇ, ਸਾਈਡ ਤੇ ਲੈ ਜਾਓ, ਉਹਦਾ ਕਰੈਕਟਰ ਬਣਾਓ, ਲਾਈਨਾਂ ਬਣਾਓ, ਸ਼ੋ ਟਾਈਮ ਉਹਨੂੰ ਪਰਫਾਰਮ ਕਰੋ, ਤਾਂ ਕਿ ਪਬਲਿਕ ਨੂੰ ਦੇਖਣ ਨੂੰ ਮਿਲੇ ਔਰ ਉਹ ਤਾਰੀਫ ਕਰਕੇ ਜਾਏ ਤੇ ਮਿਆਰੀ ਹੋ ਜਾਏਗਾ। ਸਹੀ ਗੱਲ ਹੈ ਜੀ, ਬਿਲਕੁਲ। ਮੈਂ ਤੇ ਇਹ ਕਹਾਂਗਾ ਲਾਸਟ ਤੇ ਕਿ ਅੱਛਾ ਔਰ ਮਿਆਰੀ ਕੰਮ ਕਰੋ, ਅੱਲਾ ਸਭ ਨੂੰ ਇੱਜ਼ਤ ਦੇਵੇ। ਆਮੀਨ ਜੀ। ਦੋਸਤੋ, ਤੁਸੀਂ ਹਾਸ਼ਮੀ ਸਾਹਿਬ ਹੋਣਾ ਦੀਆਂ ਬੜੀਆਂ ਦਿਲਚਸਪ ਗੱਲਾਂ ਦੇਖੀਆਂ। ਇਹ ਕੀਮਤੀ ਗੱਲਾਂ ਉਹ ਨੇ ਜਿਹੜੀਆਂ ਆਉਣ ਵਾਲੇ ਬੱਚੇ ਲਈ ਜਾਂ ਮਤਲਬ ਕੰਮ ਕਰਨ ਲਈ 100% ਲਈ ਓਕੇ ਦੀ ਰਿਪੋਰਟ ਹੈ, ਯਾਨੀ ਕਿ ਫਾਲੋ ਕਰਨ ਵਾਲੀਆਂ ਗੱਲਾਂ ਨੇ। ਇਹਦੇ 'ਚ ਕੋਈ ਝੂਠ ਵਾਲੀ ਗੱਲ ਹੀ ਕੋਈ ਨਹੀਂ ਗੀ, ਨਾ ਮਸਾਲਾ ਵੇਚਿਆ ਹੈ। ਮਤਲਬ ਇੱਕ ਬੰਦੇ ਦੀ ਜ਼ਿੰਦਗੀ ਕਿੱਥੋਂ ਸ਼ੁਰੂ ਹੋਈ, ਕਿੱਥੇ ਤੀਕਰ ਜਾ ਕੇ ਉਡਾਨ ਫੜੀ, ਤੇ ਕਿੱਥੇ ਕਿੱਥੇ ਕੀ ਮੁਸ਼ਕਲਾਂ, ਉਹਨਾਂ ਨੇ ਸਾਰੀ ਆਪਣੀ ਜ਼ਿੰਦਗੀ ਦਾ ਜਿਹੜਾ ਨਾ ਹਿੱਸਾ ਜਾਂ ਆਪਣੀ ਡਾਇਰੀ ਸੁਣਾ ਦਿੱਤੀ ਹੈ। ਤੇ ਇਹਦੇ ਨਾਲ ਨਾਲ ਹੀ ਤੁਸੀਂ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੱਗਾ ਕਾਮੇਡੀਅਨ ਨੂੰ, ਤੇ ਮਜ਼ੀਦ ਨਵੀਂ ਵੀਡੀਓ ਵੇਖਣ ਵਾਸਤੇ ਸਾਨੂੰ ਕਮੈਂਟ ਦੇ ਵਿੱਚ ਦੱਸੋ ਕਿ ਵੀ ਅਸੀਂ ਕਿਹਦੇ ਨਾਲ ਇੰਟਰਵਿਊ ਕਰੀਏ ਜਾਂ ਕਿਸ ਤਰ੍ਹਾਂ ਦੀ ਵੀਡੀਓ ਬਣਾਈਏ। ਪ੍ਰੈਂਕ ਜ਼ਰਾ ਤੁਸੀਂ ਵੀ ਸਾਨੂੰ ਦੱਸੋ, ਅਸੀਂ ਵੀ ਤੁਹਾਨੂੰ ਦੱਸੀਏ। ਤੇ ਦੋਸਤੋ, ਸਾਡੀ ਜਿਹੜੀ ਗਲਤੀ ਹੈ ਤੁਸੀਂ ਉਹ ਵੀ ਤੁਹਾਨੂੰ ਦੱਸ ਦੇਣੀ, ਕਿਉਂਕਿ ਤੁਸੀਂ ਸਾਡੇ ਉਸਤਾਦ ਵੀ ਹੋ, ਜਿਹੜੇ ਦੇਖ ਰਹੇ ਹੋ ਤੁਸੀਂ ਸਾਡੇ ਉਸਤਾਦ ਵੀ ਹੋ। ਔਰ ਲਾਸਟ ਇਹ ਗੱਲ ਕਿ 2026 ਦੇ ਵਿੱਚ ਇਹ ਗੱਲ ਅਸੀਂ ਕਰ ਰਹੇ, 7ਵਾਂ ਮਹੀਨਾ 2026, ਸੰਡੇ ਦਾ ਦਿਨ, ਐਤਵਾਰ ਦਾ। ਫਿਰ ਇੱਕ ਦਫਾ ਹੰਬਲ ਰਿਕੁਐਸਟ ਹੱਥ ਬਣ ਕੇ ਕਿ ਖੁਦਾਰਾ ਜ਼ਿੰਦਗੀ ਦਾ ਪਤਾ ਨਹੀਂ ਹੈ, ਕੱਲ ਨੂੰ ਸਭ ਨੇ ਜਾਣਾ, ਅਸੀਂ ਸਾਰੇ ਜਾਣ ਵਾਸਤੇ ਆਏ ਹਾਂ, ਤੇ ਕੁਝ ਕਰਕੇ ਐਸਾ ਚੱਲ ਜਾਓ ਕਿ ਪਿੱਛੇ ਤੁਹਾਡਾ ਇੱਕ ਪਹਿਚਾਨ ਬਣ ਜੇ। ਕਮ ਸੇ ਕਮ ਤੁਹਾਡੇ ਨਾਂ ਤੋਂ ਬਾਅਦ ਐਸਾ ਕਰਕੇ ਜਾਓ ਕਿ ਇਹ ਇੱਕ ਫਿਕਰਾ ਜਿਹੜਾ ਵਾ ਜ਼ਿੰਦਗੀ ਗੁਜ਼ਾਰਨ ਤੋਂ ਬਾਅਦ ਇੱਕ ਫਿਕਰਾ ਨਸੀਬ ਹੋ ਜਾਓ। ਫਿਕਰਾ ਹੈ ਕਿ ਯਾਰ ਬੜਾ ਅੱਛਾ ਸੀ, ਅੱਲਾ ਉਹਨੂੰ ਜੰਨਤ ਨਸੀਬ ਕਰੇ। ਤੇ ਇਦਾਂ ਦਾ ਕੁਝ ਕਰ ਜੀਏ ਦੁਨੀਆ ਤੇ ਕਿ ਜਾਣ ਤੋਂ ਬਾਅਦ ਉਹ ਕਹਿਣਗੇ ਯਾਰ ਉਹ ਬੜਾ ਅੱਛਾ ਕਰ ਗਏ, ਅੱਲਾ ਜੰਨਤ ਸੀ ਕਿ ਬੜਾ ਅੱਛਾ। ਤੇ ਸਾਰੇ ਇਸ ਗੱਲ ਨੂੰ ਲਈਏ ਅੱਛਾ ਤੇ ਮਿਆਰੀ ਕੰਮ ਕਰੀਏ। ਓਕੇ ਜੀ ਜਨਾਬ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੱਗਾ ਕਾਮੇਡੀਅਨ। ਤੇ ਥੈਂਕ ਯੂ ਸਰ, ਥੈਂਕ ਯੂ ਸਰ। ਅੱਛਾ ਜੀ, ਸ਼ੁਕਰੀਆ ਜੀ। ਸ਼ੁਕਰੀਆ।